ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦਰਸ਼ਕੋ। ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ, ਗੱਲ ਕਰ ਰਹੀ ਹੈ ਕਿ ਪਿਛਲੇ 1 ਸਾਲ ਤੋਂ ਜੇ ਕਈ ਸਾਲਾਂ ਦੀ ਝਾਤ ਮਾਰੀਏ ਤਾਂ ਜਿਹੜੀ ਸੰਖਿਆ ਹੈ ਉਹ ਨੰਬਰ ਹੈ ਬਹੁਤ ਵੱਧ ਜਾਂਦੇ, ਪਰ ਖਾਸ ਕਰਕੇ ਪਿਛਲੇ 6 ਮਹੀਨਿਆਂ ਤੋਂ ਲੈ ਕੇ 1 ਸਾਲ ਦੀ ਗੱਲ ਕਰੀਏ ਸਾਡੇ ਬੇ ਏਰੀਏ ਦੇ ਵਿੱਚ ਜਾਂ ਸੈਂਟਰਲ ਵੈਲੀ ਲੈ ਲਈਏ, ਉੱਥੋਂ ਵੀ ਜਿਹੜੀਆਂ ਸੁਸਾਈਡਲ ਹੈਪਨਿੰਗ ਹੋ ਰਹੀਆਂ, ਜਿਹੜੀ ਸੁਸਾਈਡ ਦੀਆਂ ਘਟਨਾਵਾਂ ਹੋ ਰਹੀਆਂ ਆ, ਬੜਾ ਮਨ ਦਿਖਾਉਂਦੀਆਂ ਨੇ। ਇਹ ਜਦੋਂ ਆਪਾਂ ਇਹਦੇ ਵਿੱਚ ਝਾਤ ਮਾਰੀ ਦੀ ਹੈ ਦਰਸ਼ਕੋ, ਉੱਥੇ ਇੱਕ ਗੱਲ ਦੀ ਹੁੰਦੀ ਹੈ ਕਿ ਆਪਾਂ ਕਿਸੇ ਗੱਲੋਂ ਸੈਟਿਸਫਾਈ ਨਹੀਂ ਹੁੰਦੇ, ਆਪਣੇ ਬ੍ਰੇਨ ਜਿਹੜਾ ਸੈਟਿਸਫਾਈ ਨਹੀਂ ਹੁੰਦਾ। ਉੱਦਾਂ ਤਾਂ ਜੇ ਆਪਾਂ ਗੱਲ ਕਰੀਏ ਇਹਨਾਂ ਦੇਸ਼ਾਂ ਦੇ ਵਿੱਚ ਦਰਸ਼ਕੋ, ਤੁਸੀਂ ਇੱਕ ਸੋਹਣੀ ਜੌਬ ਕਰ ਲਓ, ਜਿਹੜੀ ਮਰਜ਼ੀ ਜੌਬ ਕਰ ਲਓ, ਔਰ ਜੇ ਉਹਦੇ ਨਾਲ ਬਹੁਤ ਸੋਹਣੀ ਰੋਟੀ ਖਾ ਸਕਦੇ ਆਪਾਂ। ਇੰਡੀਆ ਦੀ ਇੱਕ ਵਾਰ ਗੱਲ ਛੱਡ ਦਿੰਦੇ ਹਾਂ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਜਿਹੜੀਆਂ ਜਿੱਥੇ ਆਪਾਂ ਸੁਨਹਿਰੇ ਭਵਿੱਖ ਲਈ ਆਉਂਦੇ ਹਾਂ, ਉੱਥੇ ਜੇ ਆਪਾਂ ਪਦਾਰਥਵਾਦ ਦੀ ਯੁੱਗ ਦੇ ਵਿੱਚ ਨਾ ਪਈਏ, ਖਾਸ ਕਰਕੇ ਹੁਣ ਮੈਂ ਯੂਥ ਨੂੰ ਕਹੂੰਗਾ ਕਿ ਬਹੁਤ ਵਧੀਆ ਗੱਲ ਆ, ਮੱਲਾਂ ਮਾਰਨੀ ਚੰਗੀ ਗੱਲ ਆ, ਬਹੁਤ ਵਧੀਆ ਜੇ ਤੁਹਾਡੇ 'ਚ ਉਹ ਕ੍ਰੈਡੀਬਿਲਿਟੀ ਹੈਗੀ, ਜੇ ਤੁਹਾਡੇ ਵਿੱਚ ਉਹ ਚੀਜ਼ਾਂ ਹੈਗੀਆਂ ਕਿ ਤੁਸੀਂ ਕੁਛ ਕਰਨਾ ਚਾਹੁੰਦੇ ਹੋ, ਜ਼ਰੂਰ ਕਰੋ। ਪਰ ਗੱਲ ਉੱਥੇ ਹੁੰਦੀ ਹੈ ਕਿ ਜਿਹੜੀ ਐਕਸਪੈਕਟੇਸ਼ਨਸ ਆ, ਐਕਸਪੈਕਟੇਸ਼ਨਸ ਨੂੰ ਕਿੱਦਾਂ ਕੰਟਰੋਲ ਕਰਨਾ। ਜੇ ਆਪਾਂ ਨਹੀਂ ਕਰਦੇ, ਜਿਹੜੀਆਂ ਇਸ ਪਦਾਰਥਵਾਦੀ ਯੁੱਗ ਦੀਆਂ ਗੱਲਾਂ ਕਰ ਲਈਏ ਕਿ ਆਹ ਵੀ ਚੀਜ਼ ਚਾਹੀਦੀ, ਆਹ ਵੀ ਚਾਹੀਦੀ, ਆਹ ਵੀ, ਫਿਰ ਉਹ ਜੇ ਨਹੀਂ ਪੂਰੀਆਂ ਹੁੰਦੀਆਂ ਆਪਾਂ ਨੂੰ, ਹਾਲਾਂਕਿ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਪ੍ਰਸ਼ਾਦਾ ਪਾਣੀ ਬਹੁਤ ਸੋਹਣਾ ਚੱਲ ਰਿਹਾ ਇਹਨਾਂ ਕੰਟਰੀਆਂ, ਜੇ ਤੁਸੀਂ ਆਪਦੀ ਜੌਬ ਕਰਦੇ ਆ ਤਾਂ ਜੇ ਉਹ ਇੱਛਾਵਾਂ ਆਪਾਂ ਪਾਲ ਲੈਂਦੇ ਹਾਂ, ਆਪਣੇ ਵਿੱਥ 'ਚ ਨਹੀਂ ਹੁੰਦੀਆਂ ਜਾਂ ਨਹੀਂ ਪੂਰੀਆਂ ਹੁੰਦੀਆਂ, ਤਾਂ ਪਹਿਲਾ ਜਿਹੜਾ ਹੋਊਗਾ ਕਿ ਆਪਾਂ ਆਪਦੇ ਆਪ ਨੂੰ ਦੁਖੀ ਕਰਾਂਗੇ, ਫਿਰ ਆਪਦੇ ਪਰਿਵਾਰ ਨੂੰ ਦੁਖੀ ਕਰਾਂਗੇ। ਉਸ ਤੋਂ ਬਾਅਦ ਤੁਹਾਡਾ ਜਿਹੜਾ ਬ੍ਰੇਨ ਆ ਉਹ ਇੱਕ ਸਲੋਲੀ ਡਿਪਰੈਸ਼ਨ ਨਾਲ ਚਲਾ ਜਾਂਦਾ, ਫਿਰ ਉਹ ਡਿਪਰੈਸ਼ਨ ਹੌਲੀ ਹੌਲੀ ਸਵੀਟ ਡਿਪਰੈਸ਼ਨ, ਅਤੇ ਫਿਰ ਸੁਸਾਈਡਲ ਥਾਟਸ, ਅਤੇ ਫਿਰ ਸੁਸਾਈਡ ਹੁੰਦਾ। ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨਾ, ਯਾਨੀ ਕਿ ਸਾਰਿਆਂ ਤੋਂ ਪਹਿਲਾ ਸਟੈਪ ਹੁੰਦਾ ਕਿ ਇੱਛਾਵਾਂ ਨੂੰ ਕੰਟਰੋਲ ਕਰਨਾ, ਕਿ ਜਿੱਥੇ ਕੁ ਹੈ ਪਰਮਾਤਮਾ ਨੇ ਮੈਨੂੰ ਰੱਖਿਆ। ਹਾਂ, ਇਹਦੇ ਵਿੱਚ ਫਰਕ ਇੰਨਾ ਆ ਕਿ ਜੇ ਤੁਸੀਂ ਕੁਛ ਕਰ ਸਕਦੇ ਆ ਤਾਂ ਐਡੀ ਦੂਰ ਆਏ ਆ, ਆਪਦੀ ਮਾਤਰ ਭੌਂਜ ਤੋਂ ਉੱਥੋਂ ਦੂਰ ਚੱਲ ਕੇ ਆਏ, ਜੇ ਤੁਸੀਂ ਕਰ ਸਕਦੇ ਜ਼ਰੂਰ ਕਰੋ, ਜੇ ਨਹੀਂ ਤਾਂ ਜੋ ਹੈਗਾ ਉਹਦੇ ਵਿੱਚ ਖੁਸ਼ ਰਹਿਣਾ ਸਿੱਖੀਏ। ਖਾਸ ਕਰਕੇ ਜੇ ਆਪਾਂ ਗੁਰਬਾਣੀ ਦੀ ਗੱਲ ਕਰ ਲਈਏ ਤਾਂ ਉਹ ਆਪਾਂ ਨੂੰ ਪੈਰ ਪੈਰ 'ਤੇ ਹੀ ਸੰਦੇਸ਼ਾ ਦਿੰਦੀ ਹੈ ਕਿ ਜਿੱਥੇ ਤੁਸੀਂ ਹੈਗੇ ਪਰਮਾਤਮਾ ਨੇ ਜਿੱਥੇ ਰੱਖਣਾ ਉੱਥੇ ਰੱਖਿਆ, ਉਹ 'ਚ ਖੁਸ਼ ਰਹਿਣਾ, ਭਾਣਾ ਮੰਨ ਕੇ ਅੱਗੇ ਜੀਵਨ ਜਾਚ ਜਿਹੜੀ ਸਿਖਾਈ ਜਾਂਦੀ ਹੈ। ਪਿੱਛੇ ਜੇ ਇੱਕ ਲੇਖ ਵੀ ਬਹੁਤ ਸੋਹਣਾ ਪੰਜਾਬ ਟਾਈਮ 'ਚ ਆਇਆ ਸੀਗਾ, ਸਰਦਾਰ ਕੁਲਵੰਤ ਸਿੰਘ ਸਹੋਤਾ ਉਹਨਾਂ ਦਾ, ਉਹਨਾਂ ਨੇ ਬੜੀ ਚੰਗੇ ਤਰੀਕੇ ਨਾਲ ਗੁਰਬਾਣੀ ਦੀਆਂ ਤੁਕਾਂ ਵਿੱਚ ਪਾਈਆਂ ਸੀ, ਔਰ ਜਿਹੜੀਆਂ ਐਕਸਪੈਕਟੇਸ਼ਨਸ ਨੂੰ ਹੋਰ ਕਿੱਦਾਂ ਕੰਟਰੋਲ ਕਰਨਾ ਆ ਜਿਹੜਾ ਯੁੱਗ ਚੱਲ ਰਿਹਾ ਇਹਦੇ ਵਿੱਚ ਤੁਸੀਂ ਦੇਖ ਲਓ ਕਿ ਗਲੈਮਰਸ ਦੀ ਦੁਨੀਆ ਦੇ ਵਿੱਚ ਕਿੱਦਾਂ ਤੁਹਾਡਾ ਬ੍ਰੇਨ ਹੈ ਜਿਹੜਾ ਮਨ ਭਟਕਦਾ ਰਹਿੰਦਾ ਕਿ ਇਹ ਸਾਡੇ ਕੋਲ ਹੋਵੇ, ਆਹ ਹੋਵੇ, ਆਹ ਹੋਵੇ, ਆਹ ਹੋਵੇ, ਆਹ ਹੋਵੇ, ਪਰ ਗੱਲ ਬਣਦੀ ਨਹੀਂ ਜਦੋਂ, ਕਿਉਂਕਿ ਜਿਹੜੀ ਇਨਕਮ ਦੇ ਸਾਧਨ ਹੁੰਦੇ ਆ ਉਹ ਲਿਮਿਟਸ ਹੁੰਦੇ ਆ। ਔਰ ਅਗੇਨ ਮੈਂ ਕਹਿ ਰਿਹਾ ਕਿ ਪ੍ਰਸ਼ਾਦਾ ਪਾਣੀ, ਸਿਰ ਦੀ ਛੱਤ ਤੇ ਇੱਕ ਗੱਡੀ, ਬਹੁਤ ਵਧੀਆ ਇਹ ਚੀਜ਼ਾਂ ਚੱਲ ਰਹੀਆਂ ਇਹਨਾਂ ਕੰਟਰੀਆਂ ਦੇ ਵਿੱਚ, ਪਰ ਫਿਰ ਜਦੋਂ ਮੰਦਭਾਗੀਆਂ ਘਟਨਾ ਵਾਪਰਦੀਆਂ, ਉਹਨਾਂ ਦੀ ਜਦੋਂ ਕੋਖ ਕੱਢੀ ਦੀ ਹੈ, ਪਿੱਛੇ ਜਾਈਦਾ ਤਾਂ ਪਤਾ ਲੱਗਦਾ ਕਿ ਬੰਦਾ ਡਿਪਰੈਸ਼ਨ ਸੀ। ਡਿਪਰੈਸ਼ਨ ਕਿਉਂ ਸੀ? ਕਿਉਂਕਿ ਐਕਸਪੈਕਟੇਸ਼ਨਸ ਜਿਹੜੀਆਂ ਫੁੱਲਫਿਲ ਨਹੀਂ ਹੋਈਆਂ। ਉਹ ਕੁਲਵੰਤ ਸਿੰਘ ਸਹੋਤਾ ਉਚੇਚੇ ਤੌਰ ਤੋਂ ਵੈਨਕੂਵਰ ਕੈਨੇਡਾ ਤੋਂ ਸਾਡੇ ਨਾਲ ਬਣੇ ਹੋਏ ਨੇ। ਸਹੋਤਾ ਸਾਹਿਬ, ਬਹੁਤ ਬਹੁਤ ਸਵਾਗਤ ਜੀ ਤੁਹਾਡਾ ਜਸ ਪੰਜਾਬੀ ਦੇ ਮੰਚ 'ਤੇ ਪ੍ਰੋਗਰਾਮ ਓਪਨ ਪਲੇਟਫਾਰਮ 'ਚ। ਧੰਨਵਾਦ ਜੀ ਤੁਹਾਡਾ ਵੀ। ਤੁਸੀਂ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਥੋੜੀ ਜਿਹੀ ਸੈਟੀਸਫੈਕਸ਼ਨ ਹੁੰਦੀ ਆ ਕਿ ਤੁਸੀਂ ਲੇਖ ਪੜ੍ਹਿਆ, ਉਹ ਪੜ੍ਹ ਕੇ ਤੇ ਫਿਰ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਇਹ ਮੇਰੇ ਲਈ ਆਪਣੇ ਆਪ ਦੇ ਵਿੱਚ ਬੜੀ ਮਾਣ ਵਾਲੀ ਗੱਲ ਹੈ। ਤੇ ਨਹੀਂ ਤਾਂ ਪੇਪਰਾਂ ਦੇ ਵਿੱਚ ਬਹੁਤ ਕੁਝ ਸ਼ਬਦ ਆ, ਬਹੁਤ ਕੁਝ ਪੜ੍ਹਿਆ ਜਾਂਦਾ, ਲੇਕਿਨ ਉਹਦੇ ਬਾਰੇ ਧਿਆਨ ਕਈ ਵਾਰੀ ਦਿੱਤਾ ਨਹੀਂ ਜਾਂਦਾ। ਉਹਦੇ ਕੋਈ ਵੀ ਕਾਰਨ ਹੋ ਸਕਦੇ ਆ, ਪਰ ਜੇ ਤੁਸੀਂ ਆਪਣੇ ਤੁਹਾਡੇ ਅਦਾਰੇ ਨੇ ਇਹ ਲੇਖ ਪੜ੍ਹ ਕੇ ਤੁਸੀਂ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਆ, ਤਾਂ ਬਹੁਤ ਬਹੁਤ ਆਪਦੀ ਮਿਹਰਬਾਨੀ। ਜੀ 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 ਸਹੋਤਾ ਸਾਹਿਬ, ਮਸ਼ਗੂਲ ਹੈ, ਤੁਸੀਂ ਟਾਈਮ ਕੱਢਿਆ ਆਪਦੇ ਰੁਝੇਵਿਆਂ 'ਚੋਂ। ਉੱਥੇ ਮੈਨੂੰ ਪਤਾ ਠੰਡ ਵੀ ਬਹੁਤ ਪੈ ਰਹੀ, ਅੱਜ ਤਾਂ ਇੱਥੇ ਵੀ ਧੁੰਦ ਕੈਲੀਫੋਰਨੀਆ 'ਚ ਵੀ ਬਹੁਤ ਸੀਗੀ। ਤਾਂ ਅਗੇਨ ਸਰ, ਆਪਾਂ ਜੇ ਆਹ ਅੱਧੇ ਪੌਣੇ ਘੰਟੇ ਦੇ ਪ੍ਰੋਗਰਾਮ ਦੇ ਵਿੱਚ ਜੇ ਕਮਿਊਨਿਟੀ ਨੂੰ ਕੁਛ ਦੇ ਸਕੀਏ ਜਾਂ ਯੂਥ ਨੂੰ ਕਿਸੇ ਪਾਸੇ ਲਾ ਸਕੀਏ, ਕੋਈ ਦਿਮਾਗੀ ਤੌਰ 'ਤੇ ਜੇ ਕੋਈ ਨਾ ਕੋਈ ਆਪਾਂ ਸਮਾਜ 'ਚ ਸਹਾਰਾ ਬਣ ਸਕੀਏ, ਤਾਂ ਧੰਨਵਾਦੀ ਹੋਵਾਂਗੇ ਪਰਮ ਪਿਤਾ ਪਰਮਾਤਮਾ ਦੇ। ਸਰ, ਇਹ ਪਹਿਲਾਂ ਦੱਸੋ, ਤੁਸੀਂ ਆਪਦੇ ਲੇਖ ਦਾ ਨਾਮ ਵੀ ਆਪ ਦੱਸਿਓ, ਅਤੇ ਉਸ ਤੋਂ ਬਾਅਦ ਤੁਸੀਂ ਦੱਸਿਓ ਵੀ ਤੁਹਾਡੇ ਦਿਮਾਗ 'ਚ ਕਿੱਥੋਂ ਆਈ, ਕਿਉਂਕਿ ਇਹ ਚੀਜ਼ਾਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਵੱਡੀ ਗੱਲ ਹੁੰਦੀ ਵੀ ਦਿਮਾਗ 'ਚ ਕਿੱਥੋਂ ਆਉਣੀਆਂ। ਬਹੁਤ ਵਧੀਆ ਤੁਸੀਂ ਲਾਈਟ ਹੋਰ ਕਰ ਲਈ, ਜ਼ਰੂਰੀ ਸੀਗੀ। ਅਤੇ ਇਹ ਕਿੱਦਾਂ ਆਈ ਕਿ ਤੁਸੀਂ ਆਲੇ ਦੁਆਲੇ ਕੁਛ ਦੇਖਿਆ ਜਾਂ ਫਿਰ ਸਟੱਡੀ ਕੀਤੀ ਕਿ ਨਹੀਂ ਆਹ ਚੀਜ਼ ਛਾਪਣੀ ਜ਼ਰੂਰੀ ਹੈ? ਕਿਉਂਕਿ ਹਾਲਾਤ ਜਿਹੜੇ ਆ ਦਿਨ ਪਰ ਦਿਨ ਵਿਗੜਦੇ ਜਾ ਰਹੇ, ਤੁਹਾਨੂੰ ਕੀ ਲੱਗਦਾ? ਆਪਣੇ
ਗੁਲਾਲ ਸਿੰਘ, ਗੱਲ ਇਹ ਹੈ ਕਿ ਜਿਹੜੀ ਜ਼ਿੰਦਗੀ ਦਾ ਜਿੰਨਾ ਚਿਰ ਤੁਸੀਂ ਜ਼ਿੰਦਗੀ ਨੂੰ ਅੰਦਰੋਂ ਅਨੁਭਵ ਕਰਕੇ, ਆਲੇ ਦੁਆਲੇ ਦੇ ਹਾਲਾਤਾਂ ਨੂੰ ਮਹਿਸੂਸ ਕਰਕੇ ਉਹਨਾਂ ਬਾਰੇ ਗੰਭੀਰ ਨਹੀਂ ਹੁੰਦੇ, ਉਨਾ ਚਿਰ ਤੁਸੀਂ ਆਪਣੀ ਗੱਲ ਮਨ ਦੀ ਕਹਿ ਨਹੀਂ ਸਕਦੇ। ਆਪਣੇ ਮਨ ਦੀ ਗੱਲ ਤਦੇ ਹੀ ਕਹੋਗੇ ਜੇ ਤੁਸੀਂ ਕੋਈ ਆਲੇ ਦੁਆਲੇ ਮਹਿਸੂਸ ਕਰਦੇ ਆ ਕਿ ਆਹ ਗਲਤ ਹੋ ਰਿਹਾ ਜਾਂ ਆਹ ਅਸੀਂ ਇੱਕ ਪਾਸੇ ਨੂੰ ਜਾ ਰਹੇ ਹਾਂ। ਫਿਰ ਆਪਾਂ ਬਾਣੀ ਵੱਲ ਧਿਆਨ ਦੇਈਏ ਤੇ ਉਹਦੇ ਵਿੱਚ ਸਾਨੂੰ ਬੜੀ ਸਪਸ਼ਟ ਸੇਧ ਮਿਲਦੀ ਆ, ਜਿਹਦੇ ਤੋਂ ਅਸੀਂ ਸਿਰਫ ਬਾਣੀ ਨੂੰ ਵੀ ਏਦਾਂ ਸਮਝ ਲਿਆ ਕਿ ਬਈ ਇਹਨੂੰ ਪੜ੍ਹਨ ਦੀ ਲੋੜ ਹੈ ਤੇ ਅਮਲ ਕਰਨ ਦੀ ਲੋੜ ਨਹੀਂ। ਜਿਸ ਤਰ੍ਹਾਂ ਤੁਸੀਂ ਲਿਖਿਆ ਵੀ ਖਿਆਲ ਕਿਵੇਂ ਆਇਆ ਇਹ ਲਿਖਣ ਦਾ, ਕਿਉਂਕਿ ਮੈਂ ਆਪਣੇ ਆਲੇ ਦੁਆਲੇ ਮਿੱਤਰਾਂ ਦੋਸਤਾਂ ਨਾਲ, ਰਿਸ਼ਤੇਦਾਰਾਂ ਨਾਲ ਜਿੰਨੇ ਵੀ ਸੰਪਰਕ ਹੈ ਮਿਲਦਾ ਹਾਂ ਤੇ ਉਹਨਾਂ ਦੇ ਜੀਵਨ ਨੂੰ ਮੈਂ ਅੰਦਰੋਂ ਅਨੁਭਵ ਕਰਦਾ ਕਿ ਬੰਦਾ ਹੁਣ ਅਸੀਂ ਇੱਥੇ ਪਾਰਟੀ 'ਚ ਬੈਠੇ ਹਾਂ ਜਾਂ ਇੱਥੇ ਕਿਸੇ ਦੇ ਘਰ ਬੈਠੇ ਹਾਂ ਜਾਂ ਕੋਈ ਮੇਰੇ ਕੋਲ ਆਇਆ ਜਾਂ ਮੈਂ ਕਿਸੇ ਕੋਲ ਗਿਆ ਕਿਸੇ ਹੋਰ ਵਜ੍ਹਾ ਨਾਲ, ਤੇ ਉਹਦੇ ਵਿੱਚ ਮੈਂ ਇੰਨਾ ਖਲਾ ਗੈਪ ਵੈਕਿਊਮ ਦੇਖਦਾ ਨਾ ਕਿ ਬਈ ਉੱਤੋਂ ਬੰਦਾ ਪ੍ਰਟੈਂਡ ਕਰ ਰਿਹਾ ਕਿ ਮੈਂ ਬੜਾ ਖੁਸ਼ ਹਾਂ, ਮੈਂ ਬੜਾ ਸੈਟਿਸਫਾਈ ਹਾਂ, ਤੇ ਪਰ ਅੰਦਰੋਂ ਮੈਨੂੰ ਲੱਗਦਾ ਹੁੰਦਾ ਕਿ ਇਹ ਖੁਸ਼ੀ ਨਹੀਂ ਹੈ, ਇਹ ਤਾਂ ਖੋਖਲਾਪਣ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਫਿਰ ਮੈਂ ਦੇਖਦਾ ਜਿਵੇਂ ਤੁਸੀਂ ਆਪਣਾ ਬਹੁਤ ਵਧੀਆ ਪਹਿਲਾਂ ਸ਼ੁਰੂਆਤ ਕੀਤੀ ਆ ਕਿ ਸੁਸਾਈਡ ਡਿਪਰੈਸ਼ਨ ਜਿਹੜਾ ਹੁੰਦਾ, ਔਰ ਇਹ ਅਖੀਰ ਹੈ ਜਦੋਂ ਤੁਹਾਡੇ ਮਨ ਦੇ ਦੁੱਖ ਦਾ ਅੰਤ ਆ ਜਾਂਦਾ, ਫਿਰ ਤੁਸੀਂ ਇਹ ਕੰਮ ਕਰਦੇ ਆ। ਲੇਕਿਨ ਇਨ ਵਿੱਚ ਬਹੁਤ ਕੁਝ ਐਸਾ ਸਾਨੂੰ ਮੌਕੇ ਮਿਲਦੇ ਆ, ਐਸੇ ਸਾਨੂੰ ਸਾਈਨ ਮਿਲਦੇ ਆ, ਸਿੰਪਟਮਸ ਅਸੀਂ ਦੇਖਦੇ ਹਾਂ ਕਿ ਇਹਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ। ਪਰ ਅਨਫੋਰਚੂਨੇਟਲੀ ਆਪਣੇ ਖਾਸ ਕਰ ਪੰਜਾਬੀ ਸੁਭਾਅ ਦੇ ਵਿੱਚ, ਪੰਜਾਬੀ ਸਮਾਜ ਦੇ ਵਿੱਚ ਅਸੀਂ ਇਹਨਾਂ ਗੱਲਾਂ ਨੂੰ ਲੁਕਾਉਂਦੇ ਹਾਂ ਕਿ ਇਹ ਗੱਲਾਂ ਅਸੀਂ ਕਿਸੇ ਨੂੰ ਪਤਾ ਨਾ ਲੱਗ ਜੇ, ਲੇਕਿਨ ਜਦੋਂ ਹੈਪਨ ਹੋ ਜਾਂਦਾ ਉਦੋਂ ਸਾਰਿਆਂ ਨੂੰ ਪਤਾ ਲੱਗ ਜਾਂਦਾ। ਸੋ ਉਹ ਸਾਰਾ ਕੁਝ ਦੇਖ ਕੇ ਮੈਂ ਇਹ ਜਿਹੜਾ ਲੇਖ ਲਿਖਿਆ, ਤੇ ਮੇਰੇ ਮਨ ਦੇ ਵਿੱਚ ਮੈਂ ਕੋਸ਼ਿਸ਼ ਜਿੰਨੇ ਵੀ ਮੇਰੇ ਪਿਛਲੇ 5-6 ਸਾਲ ਤੋਂ ਤਕਰੀਬਨ 7 ਸਾਲ ਤੋਂ ਪੰਜਾਬ ਟਾਈਮਜ਼ ਦੇ ਵਿੱਚ ਲੇਖ ਆਉਂਦੇ ਆ, ਮੇਰੇ ਲੇਖਾਂ ਦਾ ਮੁੱਦਾ ਇਹੀ ਹੁੰਦਾ ਕਿ ਅਸੀਂ ਕਈ ਵਾਰੀ ਬਹੁਤ ਵਿਸ਼ੇ ਹੈਗੇ ਲਿਖਣ ਵਾਲੇ, ਇਹ ਨਹੀਂ ਕਿ ਮੇਰਾ ਜਿਹੜਾ ਕੋਈ ਲਿਖਦਾ ਉਹੀ ਪੜ੍ਹਨਾ ਚਾਹੀਦਾ। ਮੈਂ ਸੋਚਦਾ ਹੁੰਦਾ ਕਿ ਅਸੀਂ ਉਹ ਕੁਛ ਲਿਖੀਏ ਜੋ ਕੁਛ ਅਸੀਂ ਇੱਥੇ ਵੈਸਟਰਨ ਵਰਲਡ ਦੇ ਵਿੱਚ ਰਹਿੰਦੇ ਹਾਂ, ਇੱਥੇ ਸਾਡੀਆਂ ਸਮੱਸਿਆਵਾਂ ਕਿੰਨੀਆਂ ਆ, ਇੱਥੇ ਅਸੀਂ ਕਿਵੇਂ ਅਸੀਂ ਆਪਣੇ ਇੱਕ ਤਾਂ ਡਰਾਮੇ ਨਾਲ ਜੂਝਦੇ ਹਾਂ ਕਿ ਅਸੀਂ ਆਪਾਂ ਨੂੰ ਸ਼ੋਅ ਆਫ ਕਰਕੇ ਕੁਛ ਹੋਰ ਦੇਖੀਏ, ਅਸਲੀ ਸਾਡਾ ਕੁਛ ਅਸਲੀਅਤ ਹੋਰ ਹੁੰਦੀ ਆ। ਸੋ ਉਹਨੂੰ ਕਿਵੇਂ ਕੱਢਣਾ ਜਾਂ ਉਹਨੂੰ ਕਿਵੇਂ ਜ਼ਾਹਰ ਕਰਨਾ, ਉਹਨੂੰ ਕਿਵੇਂ ਫੋਰਫਰੰਟ ਤੇ ਲਿਆ ਕੇ ਅਸੀਂ ਇਹਦੇ ਵੱਲ ਧਿਆਨ ਦੋਣਾ, ਮੇਰੇ ਮੇਨ ਇਹ ਕੋਸ਼ਿਸ਼ ਮੈਂ ਕਰਦਾ ਕਿ ਇਸ ਵਿਸ਼ਿਆਂ ਤੇ ਮੈਂ ਲਿਖਿਆ ਜਾਵੇ। ਉਸ ਵਿਸ਼ੇ ਦੇ ਸੰਦਰਭ ਵਿੱਚ ਹੀ ਮੈਂ ਇਹ ਲੇਖ ਲਿਖਿਆ ਸੀਗਾ। ਜੀ ਸੋਤਾ ਸਾਹਿਬ, ਪਿਛੋਕੜ ਤੁਸੀਂ ਵਧੀਆ ਦੱਸਿਆ। ਆਪਾਂ ਗੱਲ ਕਰੀਏ ਖਾਸ ਕਰਕੇ ਨਵੀਂ ਪੀੜ੍ਹੀ ਦੀ ਗੱਲ ਕਰ ਲਈਏ, ਜਿਹੜਾ ਯੂਥ ਆ, ਆਪਾਂ ਜਿਹੜੇ ਨਵੇਂ ਇਮੀਗ੍ਰੈਂਟਸ ਆਉਂਦੇ ਉਹਦੀ ਗੱਲ ਆਪਾਂ ਬਾਅਦ 'ਚ ਕਰਾਂਗੇ। ਅੱਜ ਕੱਲ੍ਹ ਦਾ ਯੂਥ ਤੁਸੀਂ ਦੇਖਿਆ ਹੋਣਾ ਕਿ ਕੱਲ੍ਹ ਪਰਸੋਂ ਦੀ ਗੱਲ ਹੈ, ਔਰ ਇਹ ਬਹੁਤ ਕੁਛ ਹੋ ਰਿਹਾ ਉੱਥੇ। ਬਾਲੀਵੁੱਡ ਦੇ ਵਿੱਚ ਇੱਕ ਹੀਰੋਇਨ ਸੀਗੀ ਆਪਣੀ, ਆਪਾਂ ਨਾਂ ਨਹੀਂ ਲੈਂਦੇ, ਇਟ ਕੁਡ ਬੀ ਸੋ ਮੈਨੀ ਰੀਜ਼ਨ, ਜੋ ਉਹਨੇ ਕੀਤਾ, ਉਹਨੇ ਖੁਦਕੁਸ਼ੀ ਕਰ ਲਈ, ਔਰ ਬਹੁਤ ਯੰਗ ਗਰਲ ਸੀ, ਆਪਦਾ ਚੰਗਾ ਕਰ ਰਹੀ ਸੀ, ਆਪਦੇ ਕਰੀਅਰ 'ਚ ਅੱਗੇ ਵੱਧ ਰਹੀ ਸੀ। ਆਪਾਂ ਗੱਲ ਕਰੀਏ ਕਿ ਜੇ ਕਿਸੇ ਬੱਚੇ ਨੇ ਜਨਮ ਲੈਣਾ, ਕਿਸੇ ਜ਼ਿੰਦਗੀ ਨੇ ਇਸ ਜ਼ਿੰਦਗੀ 'ਚ ਆਉਣਾ ਆ, ਆਪਾਂ ਖੁਸ਼ੀ ਵੀ ਮਨਾ ਲੈਂਦੇ। ਫਿਰ ਜਦੋਂ ਆਪਣੇ ਪਰਿਵਾਰਾਂ 'ਚ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਆ ਤਾਂ ਉਦੋਂ ਆਪਾਂ ਨੂੰ ਭਾਣਾ ਮੰਨਣਾ ਪੈਂਦਾ, ਚਾਹੇ ਰੋ ਕੇ ਮੰਨ ਲਈਏ ਚਾਹੇ ਹੱਸ ਕੇ ਮੰਨ ਲਈਏ। ਪਰਮਪਿਤਾ ਪਰਮਾਤਮਾ ਨੇ ਜ਼ਿੰਦਗੀ ਦੇਣੀ ਵੀ ਹੈ ਤਾਂ ਟਾਈਮ ਆਇਆ ਜਦੋਂ ਉਹਨੇ ਲੈ ਵੀ ਜਾਣੀ ਹੈ। ਇਹ ਆਪਾਂ ਨੂੰ ਗੁਰਬਾਣੀ 'ਚ ਵੀ ਸਿਖਾਇਆ ਗਿਆ ਕਿ ਭਾਣਾ ਮੰਨੋ, ਤੇ ਆਪਾਂ ਮੰਨ ਵੀ ਲੈਂਦੇ ਹੌਲੀ ਸਹਿਜੇ, ਫਿਰ ਜ਼ਿੰਦਗੀ ਪੱਟਰੀ ਤੇ ਫਿਰ ਲਾਈਫ ਗੋਜ਼ ਆਨ। ਜਿਹੜੀਆਂ ਐਕਸਪੈਕਟੇਸ਼ਨਸ ਨੂੰ ਛੱਡ ਕੇ ਆਪਾਂ ਜਿਹੜਾ ਐਕਸੈਪਟ ਕਰਨ ਨੂੰ, ਉਸ ਚੀਜ਼ਾਂ ਨੂੰ ਐਕਸੈਪਟ ਕਰਨ ਨੂੰ ਦੇਰ ਲਾਉਂਦੇ, ਕਿਤੇ ਨਾ ਕਿਤੇ ਇਹ ਵੀ ਡਿਪਰੈਸ਼ਨ ਦਾ ਕਾਰਨ ਬਣਦੀਆਂ, ਜਿੱਥੇ ਲੋਕ ਜਾ ਕੇ ਫਿਰ ਕਾਫੀ ਦੁਖੀ ਰਹਿੰਦੇ। ਤੁਹਾਨੂੰ ਕੀ ਲੱਗਦਾ? ਕਿਉਂਕਿ ਜਿਹੜੀ ਐਕਸਪੈਕਟੇਸ਼ਨਸ ਹੈ ਨਾ, ਆਪਾਂ ਸਭ ਤੋਂ ਜਿਹੜੀ ਸਾਡੀ ਵੱਡੀ ਟ੍ਰੈਜਡੀ ਆ ਕਿ ਅਸੀਂ ਜਿਹੜੀ ਜ਼ਿੰਦਗੀ ਜਿਉਣੇ ਆ ਨਾ, ਉਹ ਦੋਹਰੀ ਆ, ਡਬਲ ਸਟੈਂਡਰਡ ਆ ਉਹਦਾ। ਮੈਂ ਫਰਜ਼ ਕਰੋ, ਮੈਂ ਹੁਣ ਫਾਰਮਿੰਗ ਫੈਮਿਲੀ ਚੋਂ ਬਿਲੋਂਗ ਕਰਦਾ। ਮੈਂ ਆਪਣੇ ਬੱਚਿਆਂ ਨੂੰ ਦੱਸਦਾ ਕਿ ਬੱਚਿਓ, ਜਿੱਥੇ ਤੱਕ ਆਪਾਂ ਪਹੁੰਚੇ ਆ ਉਹਦਾ ਇਸ ਕਰਕੇ ਪਹੁੰਚਿਆ ਕਿ ਇੰਨਾ ਹਾਰਡ ਕੰਮ ਕੀਤਾ ਪੰਜਾਬ 'ਚ ਵੀ, ਫਿਰ ਇੱਥੇ ਆ ਕੇ ਕੀਤਾ, ਫਿਰ ਇੱਥੇ ਜੋ ਕੁਛ ਹੈਗੇ ਆ, ਆਪਣਾ ਪਿਛੋਕੜ ਨਾ ਭੁੱਲੋ, ਆਪਣੇ ਧਰਤੀ ਤੇ ਪੈਰ ਰੱਖ ਕੇ ਚੱਲੋ, ਹਵਾ 'ਚ ਨਾ ਉੱਡਦੇ ਫਿਰੋ। ਉਹ ਜਿਹੜੀ ਜਦੋਂ ਗੱਲਾਂ ਅਸੀਂ ਇਹ ਭੁੱਲ ਜਾਂਦੇ ਹਾਂ ਨਾ ਬੱਚਿਆਂ ਨੂੰ, ਜਿਵੇਂ ਹੁਣ ਖਾਸ ਕਰ ਇੱਥੇ ਦੀ ਯੂਥ ਦੀ ਤੁਸੀਂ ਗੱਲ ਕਰਦੇ, ਆਪਾਂ ਕਰੀਏ ਗੱਲ,
ਜਿਹੜੇ ਪੇਰੈਂਟਸ ਨੇ ਬੜਾ ਕੰਮ ਕੀਤਾ, ਬੜਾ ਇਸੇ ਕੰਟੈਕਸਟ ਦੇ ਵਿੱਚ ਮੈਂ ਬੜਾ ਇੱਕ ਜ਼ਿਕਰ ਕਰਨਾ ਚਾਹੂੰਗਾ ਕਿ ਇਸੇ ਅੱਜ ਬੱਚਿਆਂ ਦੀ ਗੱਲ ਤੁਸੀਂ ਸ਼ੁਰੂ ਕੀਤੀ ਆ, ਇਸ ਕੰਟੈਕਸਟ ਦੇ ਵਿੱਚ ਮੈਂ ਇੱਕ ਲੇਖ ਲਿਖਿਆ ਸੀਗਾ 3-4 ਸਾਲ ਹੋ ਗਏ, ਪੰਜਾਬ ਟਾਈਮ 'ਚ ਛਪਿਆ ਸੀਗਾ, ਮਾਪੇ ਵਿਚਾਰੇ ਕੀ ਕਰਨ। ਉਹਦੇ ਵਿੱਚ ਐਗਜ਼ੈਕਟਲੀ ਆਹੀ ਗੱਲਾਂ ਮੈਂ ਖੋਲ ਕੇ ਦੱਸੀਆਂ ਲਿਖੀਆਂ ਆ ਕਿ ਅਸੀਂ ਜਿਹੜਾ ਹੈਗਾ ਆ ਸਾਡਾ ਜਿਹੜਾ ਜੇ ਅਸੀਂ ਐਕਸਪੈਕਟੇਸ਼ਨ ਜ਼ਿਆਦਾ ਬਣਾਉਣੇ ਆ ਬੱਚਿਆਂ ਨੂੰ, ਅਸੀਂ ਆਪਣੇ ਜਿਹੜਾ ਪਿਛੋਕੜ ਹੈ ਉਹਨਾਂ ਦੀ ਫੁਟਿੰਗ ਆ, ਜਿੱਥੇ ਉਹਨਾਂ ਦੀ ਫਾਊਂਡੇਸ਼ਨ ਹੈ, ਉਹ ਤੋਂ ਉੱਤੇ ਰੱਖ ਕੇ ਉਹਨਾਂ ਨੂੰ ਅਸੀਂ ਪਾਲਣ ਪੋਸ਼ਣ ਕਰਦੇ ਹਾਂ। ਤੇ ਇੱਕ ਰੀਜ਼ਨ ਇਹ ਵੀ ਹੈਗਾ ਕਿ ਅਸੀਂ ਉਹਨਾਂ ਨੂੰ ਸਹੀ ਰਸਤੇ ਤੇ ਚੱਲਣ ਤੋਂ ਵਾਂਝੇ ਕਰਦੇ ਹਾਂ। ਦੂਸਰਾ ਹੈ ਕਿ ਅਸੀਂ ਟਾਈਮ ਨਹੀਂ ਦਿੰਦੇ ਉਹਨਾਂ ਨਾਲ ਬਹਿ ਕੇ ਸਾਂਝ ਨਹੀਂ ਪਾਉਂਦੇ, ਉਹਨਾਂ ਨਾਲ ਬਹਿ ਕੇ ਸਾਂਝ ਦੁੱਖ ਸੁੱਖ ਨਹੀਂ ਕਰਦੇ, ਉਹਨਾਂ ਦੀਆਂ ਫੀਲਿੰਗਸ ਨੂੰ ਸਮਝਦੇ ਨਹੀਂਗੇ। ਸਾਡੀਆਂ ਆਪਣੀਆਂ ਵੀ ਐਕਸਪੈਕਟੇਸ਼ਨਸ ਆ ਕਿ ਸਾਡੇ ਬੱਚੇ ਆਹ ਕਰਨ, ਲੇਕਿਨ ਬੱਚਿਆਂ ਦੇ ਮਨ ਦੇ ਵਿੱਚ ਉਹਨਾਂ ਦੇ ਜਿਹੜੇ ਚੌਗਿਰਦੇ ਦੇ ਵਿੱਚ ਉਹ ਰਹਿੰਦੇ ਆ, ਜਿਹੜੇ এনवायरमेंट ਵਿੱਚ ਉਹ ਰਹਿੰਦੇ ਆ, ਜਿੱਥੇ ਉਹਨਾਂ ਦੀ ਪਾਲਣ ਪੋਸ਼ਣ ਹੋਈ ਆ, ਜਿਹੜੇ ਪੀਅਰਸ ਦੇ ਵਿੱਚ ਉਹਨਾਂ ਨੇ ਰੋਜ਼ ਜਾ ਕੇ ਕੱਸਣਾ ਰੋਜ਼ ਰਹਿਣਾ, ਉਹ ਉਹਨਾਂ ਤੇ ਵੀ ਮਨ ਤੇ ਪ੍ਰੈਸ਼ਰ ਬਣਦਾ। ਲੇਕਿਨ ਕਈ ਵਾਰੀ ਸਾਡੇ ਵਿੱਚ ਮਾਪਿਆਂ ਦੇ ਵਿੱਚ ਤੇ ਬੱਚਿਆਂ ਦੇ ਖਿਆਲਾਂ ਦੇ ਵਿੱਚ ਇੰਨਾ ਗੈਪ ਬਣ ਜਾਂਦਾ ਕਿ ਬੱਚਿਆਂ ਨੂੰ ਉਹਦੇ ਵਿੱਚ ਲੱਭਦਾ ਨਹੀਂ ਕੋਈ ਰਾਹ ਕਿਹੜਾ ਹੈਗਾ ਆ, ਕਿ ਕਿਹੜਾ ਕੋਈ ਰਾਹ, ਜਿਵੇਂ ਮੈਂ ਇਸ ਸੁਰਗਵਾਸ ਨਾਲ ਵਾਛੀ ਵਾਲੇ ਲੇਖ ਵਿੱਚ ਲਿਖਿਆ ਵਾ, ਕੁਇਕ ਫਿਕਸਿਸ ਲੱਭਦੇ ਆ। ਉਹ ਬੱਚਿਆਂ ਨੂੰ ਤਾਂ ਕਈ ਵਾਰੀ ਨਹੀਂ ਪਤਾ ਹੁੰਦਾ, ਉਹ ਜੰਗ ਖੂਨ ਹੁੰਦਾ, ਜਜ਼ਬਾਤ ਵਿੱਚ ਆ ਕੇ ਜਦ ਦੇਖਦੇ ਵੀ ਮਾਪੇ ਸਾਡੇ ਹੁਣ ਕਿਸੇ ਗੱਲ 'ਚ ਸਾਡੇ ਨਾਲ ਸੁਰ ਹੁੰਦੇ ਹੀ ਨਹੀਂ, ਫਿਰ ਉਹ ਜਾਂ ਤਾਂ ਬਾਗੀ ਹੋ ਜਾਣਗੇ, ਘਰੋਂ ਨਿਕਲ ਜਾਣਗੇ, ਜਾਂ ਉਹ ਫਿਰ ਜੇ ਫਾਈਨੈਂਸ਼ੀਅਲ ਕੋਈ ਖਿਆਈ ਲੱਗਦੀ ਆ, ਜਾਂ ਉਹਨਾਂ ਨੂੰ ਕਿਸੇ ਨੇ ਛੋਟੇ ਹੁੰਦਿਆਂ ਨੂੰ ਬੁਲੀ ਕੀਤਾ, ਜਾਂ ਉਹਨਾਂ ਨੂੰ ਛੋਟੇ ਹੁੰਦਿਆਂ ਨੂੰ ਅਬਿਊਜ਼ ਹੋਏ ਆ, ਫਿਰ ਉਹ ਆਪਣੀ ਪਰਸਨੈਲਿਟੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਉਹ ਕਿਸੇ ਗਰੁੱਪਾਂ 'ਚ ਜਾਣਗੇ। ਗਰੁੱਪ ਫਿਰ ਗਾਹਾਂ ਉਹ ਡਰੱਗਸ ਵੀ ਹੋ ਸਕਦੇ ਆ, ਗੈਂਗਸ ਵੀ ਹੋ ਸਕਦੇ ਆ, ਉੱਥੇ ਜਦੋਂ ਫਸ ਜਾਂਦੇ ਫਿਰ ਨਿਕਲਣਾ ਮੁਸ਼ਕਲ ਹੋ ਜਾਂਦਾ। ਸੋ ਇਹ ਬਹੁਤ ਸਾਰੇ ਕਾਰਨਾਂ ਚੋਂ ਇਹ ਜਿਹੜੇ 1-2 ਕਾਰਨ ਮੈਂ ਦੱਸਿਆ, ਇਹ ਵੀ ਉਹਨਾਂ ਦੇ ਵਿੱਚੋਂ ਇੱਕ ਕਾਰਨ ਆ, ਤੇ ਜਿਨ੍ਹਾਂ ਵੱਲ ਜੇ ਅਸੀਂ ਧਿਆਨ ਦੇਈਏ ਤੇ ਅਸੀਂ ਬਹੁਤੀਆਂ ਮੁਸ਼ਕਲਾਂ ਤੋਂ ਬਚ ਸਕਦੇ ਹਾਂ। ਲੇਕਿਨ ਜੇ ਅਸੀਂ ਪ੍ਰੈਕਟੀਕਲੀ, ਹੁਣ ਮੈਂ ਇੱਥੇ ਬੈਠਾ, ਕਿਸੇ ਦਾ ਕੁਝ, ਹਰ ਦੁਨੀਆ ਦੇ ਹਰ ਬੰਦੇ ਦਾ ਮੈਂ ਦੁੱਖ ਨਿਵਰਤ ਨਹੀਂ ਕਰ ਸਕਦਾ, ਲੇਕਿਨ ਜੋ ਕੁਝ ਹੋ ਰਿਹਾ ਉਹਦੇ ਬਾਰੇ ਆਪਾਂ ਗੱਲ ਤੇ ਕਰ ਸਕਦੇ ਹਾਂ। ਜੀ ਸੋਤਾ ਸਾਹਿਬ, ਬਹੁਤ ਸੋਹਣਾ ਤੁਸੀਂ ਇਲੈਬੋਰੇਸ਼ਨ ਦੇ ਰਹੇ ਹੋ। ਰੁਕਣਾ ਪਿਆ ਕੁਇਕ ਬ੍ਰੇਕ ਲਈ। ਦਰਸ਼ਕੋ, ਸਾਡਾ ਬੜੇ ਹੋਣੇ ਸਰਦਾਰ ਕੁਲਵੰਤ ਸਿੰਘ ਸਹੋਤਾ ਚੇਚੇ ਤੌਰ ਤੇ ਵੈਨਕੂਵਰ ਕੈਨੇਡਾ ਤੋਂ ਆਪਾਂ ਝਾਤ ਪਾ ਰਹੇ ਹਾਂ ਕਿ ਡਿਪਰੈਸ਼ਨ ਤੇ ਉਸ ਤੋਂ ਆਉਣ ਵਾਲੀਆਂ ਸਵੀਰ ਬਿਮਾਰੀਆਂ ਤੇ ਜਿਹੜਾ ਸਮਾਜ ਦੇ ਵਿੱਚ ਨਿਗਾਰ ਆ ਰਿਹਾ ਆ। ਰੁਕਦੇ ਇੱਕ ਛੋਟੀ ਜਿਹੀ ਬ੍ਰੇਕ ਲਈ, ਇੱਦਾਂ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਮੈਂ ਤੁਹਾਡਾ ਗੁਰਲਾਲ ਹਾਜ਼ਰ, ਬਣੇ ਹੋਏ ਨੇ ਸਰਦਾਰ ਕੁਲਵੰਤ ਸਿੰਘ ਸਹੋਤਾ ਸਾਹਿਬ। ਸਵਾਗਤ ਆਫਟਰ ਬ੍ਰੇਕ। ਤੇ ਆਪਾਂ ਗੱਲ ਕਰ ਰਹੇ ਸੀਗੇ, ਹੁਣ ਜਦੋਂ ਆਪਾਂ ਕਮਿਊਨਿਟੀ ਦੇ ਵਿੱਚ ਕਿਸੇ ਨਾਲ ਗੱਲ ਕਰੀਦੀ ਹੈ ਕਿ ਆਪਾਂ ਜਿਹੜੀਆਂ ਐਕਸਪੈਕਟੇਸ਼ਨਸ ਨੂੰ ਲਿਮਿਟ ਕਰ ਲਈਏ, ਤੇ ਉੱਥੇ ਕਈ ਬੰਦੇ ਜਿਹੜੇ ਆ ਉਹ ਇਸ ਗੱਲ ਨੂੰ ਲੈ ਕੇ ਥੋੜ੍ਹੇ ਜਿਹੇ ਅਪਸੈਟ ਹੋ ਜਾਂਦੇ ਆ ਕਿ ਜੇ ਇੱਛਾਵਾਂ ਨਾ ਹੋਣਗੀਆਂ ਤਾਂ ਜਿਹੜਾ ਮਨੁੱਖ ਹੈ ਤਰੱਕੀ ਕਿੱਦਾਂ ਕਰੂਗਾ। ਬਈ ਬਹੁਤ ਚੰਗੀ ਗੱਲ ਹੈ, ਤਰੱਕੀ ਕਰਨੀ ਬਹੁਤ ਚੰਗੀ ਗੱਲ ਹੈ, ਪਰ ਜਦੋਂ ਆਪਾਂ ਐਕਸਪੈਕਟੇਸ਼ਨਸ ਜਿਹੜੀਆਂ ਆਪਾਂ ਧਾਰ ਲੈਂਦੇ ਹਾਂ ਮਨ ਦੇ ਵਿੱਚ, ਆਪਦੇ ਬ੍ਰੇਨ ਦੇ ਵਿੱਚ, ਤੇ ਉਹਨੂੰ ਪੂਰਾ ਕਰਨ ਦੀ ਸਮਰੱਥਾ ਨਾ ਤੁਹਾਡੀ ਹੁੰਦੀ ਨਾ ਪਰਿਵਾਰ ਦੀ ਹੁੰਦੀ, ਦੋ ਗੱਲਾਂ ਆ ਜਾਂਦੀਆਂ। ਜਾਂ ਚਲੋ ਪਰਿਵਾਰ ਨੂੰ ਆਪਾਂ ਇੱਕ ਪਾਸੇ ਛੱਡ ਦਿੰਦੇ ਹਾਂ, ਇਕੱਲੇ ਬੰਦਾ ਜਿਹੜਾ ਹੈ ਮੁੰਡਾ ਕੁੜੀ ਸੋਚ ਲੈਂਦਾ, ਉਹ ਕੁਝ ਸਮਾਂ ਪਾ ਕੇ ਹਾਰਡ ਵਰਕ ਕਰਨ ਤੋਂ ਬਾਅਦ ਵੀ ਉਹ ਜਿਹੜਾ ਟਾਰਗੇਟ ਹਿੱਟ ਕਰਨਾ ਚਾਹੁੰਦਾ ਨਹੀਂ ਕਰਦਾ, ਉਸ ਤੋਂ ਬਾਅਦ ਉਹ ਡਿਪਰੈਸ਼ਨ ਨਾਲ ਜਾਂਦਾ। ਪਰ ਜਦੋਂ ਲੋਕਾਂ ਨੂੰ ਜਿਹੜੀ ਡਿਫਰੈਂਸ਼ੀਏਸ਼ਨ ਸਮਝਾਉਣੀ ਕਿ ਜਿੰਨੀ ਕੁ ਵਿਅਕਤੀ ਜੇ ਉਹ ਤੁਸੀਂ ਕਰ ਸਕਦੇ ਉਹ ਜ਼ਰੂਰ ਕਰੋ, ਕਰਨੀ ਵੀ ਚਾਹੀਦੀ ਹੈ। ਆਪਾਂ ਆਪਦੀ ਉੱਥੋਂ ਮਾਤਰ ਭੂਮੀ ਛੱਡ ਕੇ ਆਏ ਤਰੱਕੀ ਵਾਸਤੇ ਹੀ, ਪਰ ਉਸ ਐਕਸਟੈਂਟ ਤੱਕ ਨਾ ਜਾਓ ਕਿ ਤੁਸੀਂ ਇੱਛਾਵਾਂ ਇੰਨੀਆਂ ਵਧਾ ਲਈਆਂ ਕਿ ਮੁੜ ਕੇ ਪੂਰੀਆਂ ਨਹੀਂ, ਤੇ ਪੂਰੀਆਂ ਤੋਂ ਬਾਅਦ ਤੁਸੀਂ ਡਿਪਰੈਸ਼ਨ ਨਾਲ ਤੁਰ ਪਏ, ਤੇ ਫਿਰ ਉਸ ਤੋਂ ਬਾਅਦ ਜੋ ਰਿਜ਼ਲਟ ਆਉਂਦਾ ਆ ਤੁਹਾਡੇ ਸਾਹਮਣੇ। ਉਹ ਡਿਫਰੈਂਸ਼ੀਏਟ ਤੁਸੀਂ ਆਪਦੇ ਵਰਣਾਂ 'ਚ ਕਿੱਦਾਂ ਕਹੋਗੇ ਜੀ? ਜਦੋਂ ਨਾ ਦੇਖੋ, ਆਪਣੇ ਕੋਲ ਜਿਹੜਾ ਹੈਗਾ ਆ ਸੀਮਿਤ ਸਾਧਨ ਆ, ਸੀਮਿਤ ਰਿਸੋਰਸਿਸ ਆ, ਸੀਮਿਤ ਟਾਈਮ ਹੈ, ਉਹਦੇ ਵਿੱਚ ਜੇ ਅਸੀਂ ਆਪਣੇ ਆਪ ਨੂੰ ਅੰਦਰੋਂ ਰਿਅਲਾਈਜ਼ ਕਰ ਲਈਏ ਕਿ ਸਾਡੇ ਕੋਲ ਇਹੀ ਰਿਸੋਰਸਿਸ ਆ, ਇਹਨਾਂ ਨਾਲ ਹੀ ਅਸੀਂ ਰਹਿਣਾ ਹੈਗਾ ਆ, ਤੇ ਅਸੀਂ ਬਹੁਤ ਹੀ ਜਿਹੜੀ ਦੁਬਿਧਾ ਤੋਂ ਬਚ ਸਕਦੇ ਹਾਂ। ਅਸੀਂ ਜਿਹੜੀ ਸਾਡੀ ਜਿਹੜਾ ਕੰਜ਼ਿਊਮਰਿਜ਼ਮ ਦਾ ਯੁੱਗ ਆ, ਕਮਰਸ਼ੀਅਲਿਜ਼ਮ ਦਾ ਯੁੱਗ ਆ, ਇਹਦੇ ਵਿੱਚ ਸਾਨੂੰ ਬੰਬਾਰਡ ਕੀਤਾ ਜਾਂਦਾ ਬਈ ਆਹ ਵੀ ਚੀਜ਼ ਹੈਗੀ ਆ, ਪ੍ਰਭਾਵਸ਼ਾਲੀ ਆ, ਆਹ ਵੀ ਆ। ਹੁਣ ਜੇ ਦੇਖਿਆ ਜਾਵੇ ਤਾਂ ਸਾਨੂੰ ਜੋ ਕੁਝ ਬਣਦਾ ਉਹ ਖਰੀਦਣ ਦੀ ਕੋਈ ਲੋੜ ਹੈ? ਜੋ ਕੁਝ ਬਣਿਆ, ਦੇਖੋ ਨਾ, ਅਸੀਂ
ਖਾਣ ਪੀਣ ਦਾ ਤੁਹਾਡਾ ਜਿਹੜਾ ਸੋ ਮਚ ਕੈਪੈਸਿਟੀ ਆ ਪੇਟ ਦੀ ਕਿ ਅਸੀਂ ਇੰਨਾ ਹੀ ਖਾ ਸਕਦੇ ਹਾਂ। ਜੋ ਕੋਈ 100 ਪਦਾਰਥ ਬਣਿਆ ਪਿਆ 100 ਅਸੀਂ ਖਾਣ ਦੀ ਸਾਨੂੰ ਜ਼ਰੂਰਤ ਹੈ, ਜਾਂ ਉਹਨੂੰ ਬਣਾਉਣ ਦੀ, ਜਾਂ ਉਹਨੂੰ ਪੈਦਾ ਕਰਨ ਦੀ, ਜਾਂ ਉਹਦੇ ਰਿਸੋਰਸਿਸ ਲੱਭਣ ਦੀ ਕੋਈ ਜ਼ਰੂਰਤ ਹੈ। ਇਸੇ ਤਰ੍ਹਾਂ ਹੀ ਹੈਗੀ ਆ ਰਹਿਣ ਦੀ। ਅਸੀਂ ਆਪਣੇ ਇੱਕ ਘਰ 'ਚ ਰਹਿੰਦੇ ਹਾਂ, ਉਹਦੇ ਤੇ ਤੁਹਾਡਾ ਕਰਜ਼ਾ ਹੈ ਨਹੀਂ। ਕਿਸੇ ਦਾ ਬਹੁਤ ਵੱਡਾ ਘਰ ਦੇਖ ਕੇ, ਕਿਸੇ ਦੇ ਬਹੁਤ ਵੱਡੀ ਹੋਰ ਕਾਰੋਬਾਰ ਦੇਖ ਕੇ ਅਸੀਂ ਖਿਝਣ ਲੱਗ ਪਈਏ, ਜਾਂ ਅਸੀਂ ਇਹ ਕਰਨ ਲੱਗ ਪਈਏ ਵੀ ਮੇਰੇ ਕੋ ਵੀ ਉਹ ਹੋਵੇ। ਸੋ ਉਹ ਤਾਂ ਇਹ ਗੱਲ ਆ, ਜਿਹਦੇ ਚੰਦ ਵੱਲ ਦੇਖ ਕੇ ਕਹੇ ਮੈਂ ਤਾਂ ਚੰਦ ਤੇ ਛਾਲ ਮਾਰ ਕੇ ਚੜ੍ਹਨਾ, ਉਹ ਪੌੜੀ ਲੱਭਣ ਲੱਗ ਪਵੇ ਕਿ ਮੈਂ ਹੁਣ ਇੱਕ ਪੌੜੀ ਲੈ ਆਵਾਂ, ਇੱਕ ਮੈਂ ਹੋਰ ਲੈ ਆਵਾਂ। ਸੋ ਉਹ ਤੁਸੀਂ ਟਾਈਮ ਇਸ ਗੱਲ ਤੇ ਪੌੜੀਆਂ ਇਕੱਠੀਆਂ ਕਰਨ ਤੇ ਲਾ ਦਿਓਗੇ, ਲੇਕਿਨ ਪਹੁੰਚ ਸਕਣਾ ਨਹੀਂਗਾ। ਇਹੀ ਜ਼ਿੰਦਗੀ ਦੇ ਜਿਹੜੇ ਹੈਗੇ ਆ, ਜਿਹੜੇ ਜ਼ਿੰਦਗੀ ਦੇ ਭਚੱਕੇ ਆ, ਮਿਰਾਜ ਆ, ਅਸੀਂ ਇਹਨਾਂ ਵੱਲ ਜ਼ਿਆਦਾ ਧਿਆਨ ਦੇਣ ਲੱਗ ਪੈਂਦੇ ਆ। ਅਸੀਂ ਇਹਨਾਂ ਵੱਲੋਂ ਜਿਹੜਾ ਹੈਗਾ ਆ ਸਾਡੀ ਬਿਰਤੀ ਆ ਇੱਥੇ ਖੁੱਭ ਜਾਂਦੀ ਆ। ਸੋ ਇਸ ਬਹੁਤ ਹੀ ਦੁਬਦਮ ਦਾ ਕਾਰਨ ਇਹ ਹੈ ਕਿ ਮੁੜ ਕੇ ਫਿਰ ਗੱਲ ਉੱਥੇ ਆ ਜਾਂਦੀ ਆ ਕਿ ਅਸੀਂ ਜੇ ਬਹਿ ਕੇ ਰੋਜ਼ ਪਰਿਵਾਰ ਦੇ ਵਿੱਚ, ਰੋਜ਼ ਨਾ ਸਹੀ ਹਫ਼ਤੇ 'ਚ ਇੱਕ ਵਾਰੀ ਸਹੀ 10 ਮਿੰਟ 20 ਮਿੰਟ ਆਪਾਂ ਬਣਾ ਲਈਏ ਕਿ ਅਸੀਂ ਲੇਖਾ ਜੋਖਾ ਕਰ ਲਾਂਗੇ ਹਫ਼ਤੇ 'ਚ ਅਸੀਂ ਕੀ ਕੀਤਾ, ਕੀ ਅਚੀਵ ਕੀਤਾ, ਕੀ ਅਸੀਂ ਗਵਾਇਆ, ਟਾਈਮ ਕਿਵੇਂ ਲਾਇਆ, ਇਹਨੂੰ ਕਿਵੇਂ ਅਸੀਂ ਇਹਦੀ ਵਰਤੋਂ ਕੀਤੀ। ਤੇ ਅਸੀਂ ਬਹੁਤ ਸਾਰੇ ਗੱਲਾਂ ਅਸੀਂ ਇਹਨਾਂ ਦੇ ਵਿੱਚੋਂ ਜਿਹੜੀਆਂ ਇੱਥੇ ਵੱਡੀਆਂ ਪ੍ਰੋਬਲਮਾਂ ਬਣਨੀਆਂ, ਉਹਨਾਂ ਵੱਲ ਜਾਣ ਤੋਂ ਅਸੀਂ ਰੋਕ ਸਕਦੇ ਹਾਂ। ਜੇ ਅਗਲੇ ਹਫ਼ਤੇ ਫੇਰ ਇਹੀ ਕਰੀਏ, ਅਗਲੇ ਹਫ਼ਤੇ ਫੇਰ ਕਰੀਏ, ਅਸੀਂ ਫਿਰ ਆਪਣੇ ਮਿੱਥੇ ਉਹ ਰਾਹ ਤੇ ਰਹਿ ਸਕਦੇ ਹਾਂ। ਉਹਦੇ ਨਾਲ ਫਿਰ ਇਛਾਵਾਂ ਵੀ ਆ, ਉਹ ਵੀ ਸੀਮਤ ਹੋਣਗੀਆਂ। ਇਛਾਵਾਂ ਜੇ ਦੇਖੋ, ਜਿਹੜੀਆਂ ਇਛਾਵਾਂ ਆ ਜਾਂ ਡਿਜ਼ਾਇਰ ਆ ਤੁਹਾਡੀ, ਇਹ ਇਨਫਿਨਿਟ ਹੈ। ਇਹ ਇੰਨੀ ਆ ਕਿ ਇਹਨੂੰ ਤੁਸੀਂ ਜਿੰਨੀ ਮਰਜ਼ੀ ਵਧਾ ਲਓ, ਲੇਕਿਨ ਇਹਨੂੰ ਵਧਾ ਕੇ ਫਿਰ ਉਹਦੇ ਕੈਦੀ ਹੋ ਜਾਣਾ ਚਾਹੀਦਾ, ਜਾਂ ਉਹਦੇ ਤੁਸੀਂ ਉਹਨੂੰ ਦੱਸਣਾ ਵੀ ਇਹ ਇੱਕ ਭੁਲੇਖਾ ਆ, ਇਹ ਭੁਲੇਖੇ 'ਚ ਨਾ ਪਵੋ ਇਹਨੂੰ। ਉੱਥੋਂ ਅਸੀਂ ਇੱਕ ਇਸ ਤਰ੍ਹਾਂ ਜਿੱਦਾਂ ਅਸੀਂ ਕੋਈ ਚੰਡੋਲ ਚੱਲਦਾ, ਉੱਤੇ ਘੁੰਮੀ ਜਾਂਦੇ ਠਾਹ ਵੱਜੀ ਜਾਂਦੇ ਅਸੀਂ। ਤੇ ਲੇਕਿਨ ਜੇ ਚੁੱਪ ਕਰਕੇ ਚੰਡੋਲ ਤੋਂ ਛਾਲ ਮਾਰਦੇ ਥੱਲੇ ਉਤਰ ਜੀ, ਚੰਡੋਲ ਨੂੰ ਘੁੰਮੀ ਜਾਣ ਦਿਓ। ਇਹ ਜਿਹੜਾ ਤ੍ਰਿਸ਼ਨਾਵਾਂ ਦਾ ਚੰਡੋਲ ਆ, ਇਹਦੇ ਨਾਲ ਚੁੰਬੜੋ ਨਾ, ਇਹਨੂੰ ਛੱਡ ਦਿਓ, ਛਾਲ ਮਾਰ ਕੇ ਬਾਹਰ ਨਿਕਲ ਜਾਓ। ਤੁਸੀਂ ਅਸਲੀਅਤ ਤੇ ਆ ਜਾਓਗੇ। ਫਿਰ ਮੁੜ ਕੇ ਆਪਣੇ ਤੁਸੀਂ ਧਰਤੀ ਤੇ ਪੈਰ ਰੱਖ ਕੇ ਜੋ ਤੁਰੋਗੇ ਤੇ ਤੁਸੀਂ ਡਿੱਗੋਗੇ ਨਹੀਂ। ਔਰ ਮੇਰੇ ਖਿਆਲ ਸੋਤਾ ਸਾਹਿਬ ਇਹੀ ਕਾਰਨ ਹੈ ਕਿ ਘਰਾਂ ਦੇ ਵਿੱਚ ਜਿਹੜਾ ਕਲੇਸ਼ ਵੱਧਦਾ ਨਾ, ਉਹ ਇਹੀ ਹੁੰਦਾ ਜਿੱਦਾਂ ਤੁਸੀਂ ਹੁਣੇ ਕਿਹਾ ਕਿ ਜਿੰਨਾ ਤੁਸੀਂ ਪ੍ਰਸ਼ਾਦਾ ਪਾਣੀ ਛਕਣਾ ਆ, ਜੇ ਚਾਹ ਵੀ ਪੀਣੀ ਆ ਜਾਂ ਜੋ ਵੀ ਆ, ਉਹਦੀ ਲਿਮਿਟ ਆ। ਉਸ ਤੋਂ ਬਾਅਦ ਤੁਹਾਡਾ ਸਰੀਰ ਤੁਹਾਨੂੰ ਕਹਿ ਦਿੰਦਾ ਹੈ ਕਿ ਨਹੀਂ ਬਸ ਇੰਨੇ, ਬਸ ਹੁਣ ਤੁਸੀਂ ਰੱਜ ਗਏ ਹੋ, ਰਾਈਟ। ਫਿਰ ਵਕਤ ਪਾ ਕੇ ਫਿਰ ਤੁਹਾਨੂੰ ਜ਼ਰੂਰਤ ਪੈਂਦੀ ਆ, ਉਹ ਜੋ ਵੀ ਆ ਤੁਸੀਂ ਉਨੀ ਖੁਰਾਕ ਲੈ ਲੈਂਦੇ। ਉਸ ਤੋਂ ਬਾਅਦ ਤੁਸੀਂ ਜਿੱਦਾਂ ਹੁਣੀ ਬਹੁਤ ਸੋਹਣੀ ਗੱਲ ਕੀ ਆ ਕਿ ਖਾਸ ਕਰਕੇ ਆਪਣੀ ਕਮਿਊਨਿਟੀ 'ਚ ਮੈਂ ਇਹ ਦੇਖਿਆ ਆ ਕਿ ਘਰ ਹੈਗਾ ਆ 3-4 ਬੈਡਰੂਮ, ਘਰ ਮੁੱਕਦਾ ਹੀ ਨਹੀਂ ਬੰਦੇ ਨੂੰ ਜੇ ਤੁਸੀਂ ਇੱਕ ਨੋਰਮਲ ਲਾਈਫ ਜੀਣੀ। ਔਰ ਤੁਸੀਂ ਦੇਖਦੇ ਆ ਕਿ ਹਸਬੈਂਡ ਵਾਈਫ ਹਾਰਡ ਵਰਕ ਕਰਕੇ ਉਹਨੂੰ ਪੇ ਆਫ ਵੀ ਕਰ ਲੈਂਦੇ ਆ ਮੈਜੋਰਟੀ ਆਫ। ਉਸ ਤੋਂ ਬਾਅਦ ਕੀ ਹੁੰਦਾ ਕਿ ਯਾਰ ਹੁਣ ਮੈਂ ਆਪਦੇ ਇੱਕ ਮੁੰਡੇ ਨੂੰ ਹੋਰ ਘਰ ਬਣਾ ਦਿਆਂ, ਮੈਂ ਆਪ ਦੂਜੇ ਮੁੰਡੇ ਨੂੰ ਇੱਕ ਹੋਰ ਘਰ ਬਣਾ ਦਿਆਂ। ਉਹਦੇ ਵਿੱਚ ਕੀ ਹੁੰਦਾ ਕਿ ਉਹ ਵਿਚਾਰੇ ਹੋਰ ਸ਼ਿਫਟਾਂ ਲਾਉਂਦੇ, ਉਹਨੇ ਚਿਰ ਨੂੰ ਮੁੰਡੇ ਜਿਹੜੇ ਪੜ੍ਹ ਲਿਖ ਕੇ ਕਾਮਯਾਬ ਹੋਣ, ਆਪਾਂ 100 'ਚ 100% ਇੱਕ ਪਾਸੇ ਨਹੀਂ ਗਿਣ ਸਕਦੇ ਹਰੇਕ ਗਿਣਤੀ ਦੇ ਵਿੱਚ, ਪਰ ਮੈਜੋਰਟੀ ਇਹ ਹੁੰਦੀ ਹੈ ਕਿ ਮੁੰਡੇ ਬਾਅਦ 'ਚ ਕਹਿੰਦੇ ਵੀ ਇਸ ਤਾਂ ਤੁਹਾਨੂੰ ਕਿਹਾ ਹੀ ਨਹੀਂ ਸੀਗਾ ਵੀ ਸਾਡੇ ਲਈ ਘਰ ਬਣਾਓ। ਇਸ ਤਾਂ ਇੱਥੇ ਜੇ ਤੁਸੀਂ ਉਸ ਕੰਟਰੀ 'ਚੋਂ ਆ ਕੇ ਇੱਥੇ ਘਰ ਬਣਾ ਸਕਦੇ, ਅਸੀਂ ਇੱਥੇ ਜੰਮ ਕੇ ਪੜ੍ਹ ਕੇ ਆਪਦਾ ਘਰ ਨਹੀਂ ਬਣਾ ਸਕਦੇ। ਨੰਬਰ 1। ਨੰਬਰ 2, ਇੱਕ ਗਿਣਤੀ ਇੱਦਾਂ ਦੀ ਹੁੰਦੀ ਕਿ ਬੱਚੇ ਪੜ੍ਹਦੇ ਹੀ ਨਹੀਂ, ਉਹ ਹੋਰ ਪਾਸੇ ਤੁਰ ਪੈਂਦੇ। ਫਿਰ ਬੰਦਾ ਕੰਮ ਕਰਦਾ, ਉਹ ਘਰਾਂ ਵੱਲ ਦੇਖਦਾ ਤੇ ਫਿਰ ਦੁਖੀ ਹੁੰਦਾ। ਇੱਕ ਸਾਰੀ ਉਮਰ ਉਹਨੇ ਕੰਮ ਕੀਤਾ, ਜਾਇਦਾਦ ਬਣਾਈ, ਫਿਰ ਉਹ ਦੁਖੀ ਹੁੰਦਾ ਕਿ ਇਹਨੂੰ ਸਾਂਭਣ ਵਾਲਾ ਹੈ ਨਹੀਂ ਕੋਈ। ਉਦੋਂ ਚੰਗਾ ਇਹ ਨਹੀਂ ਗਾ ਕਿ ਠੀਕ ਹੈ 1-2 ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਐਜੂਕੇਸ਼ਨ ਨਾਲ ਜ਼ੋਰ ਦਿਓ ਕਿ ਤੁਸੀਂ ਪੜ੍ਹ ਕੇ ਡਿਗਰੀ ਕਰੋ। ਉਸ ਤੋਂ ਬਾਅਦ ਕੀ ਹੁੰਦਾ ਕਿ ਇੱਕ ਬੱਚੇ ਲਈ ਤਾਂ ਜਿਹੜਾ ਘਰ ਹੈਗਾ ਉਹ ਹੀ ਨਹੀਂ ਮੁੱਕਦਾ ਗਾ 4 ਬੈਡਰੂਮ, ਤੇ ਜੇ ਉਹਨੂੰ ਪੇ ਆਫ ਕੀਤਾ ਤੁਸੀਂ ਉਹ ਪਰਮਾਤਮਾ ਸ਼ੁਕਰ ਕਰੋ, 2 ਵੇਲੇ ਦੀ ਰੋਟੀ ਖਾਓ ਤੇ ਇੱਕ ਚੰਗਾ ਸੰਦੇਸ਼ ਲੈ ਕੇ ਸਮਾਜ 'ਚ ਜਾਓ ਕਿ ਅਸੀਂ ਸੈਟਿਸਫਾਈ ਹਾਂ ਆਪਦੀ ਲਾਈਫ ਤੋਂ, ਤੁਸੀਂ ਵੀ ਇੱਦਾਂ ਕਰ ਲਓ ਤੇ ਇੱਥੇ ਕਿ ਆਪਦੇ ਆਪ ਨੂੰ ਸੈੱਟ ਕਰ ਲਓ। ਬਜਾਏ ਇਹਦੇ ਕਿ ਆਪਾਂ ਦੌੜ 'ਚ ਪਈਏ ਕਿ ਫਲਾਨਿਆਂ ਨੇ ਵੱਡਾ ਘਰ ਲੈ ਲਿਆ, ਫਲਾਨਿਆਂ ਨੇ ਰੇਂਜ ਰੋਵਰ ਜਾਂ ਆਹ ਗੱਡੀਆਂ ਲੈ ਲਈਆਂ, ਅਸੀਂ ਵੀ ਉਹੀ ਲੈਣਾ। ਤਾਂ ਉਹਦੇ ਵਿੱਚ ਕੀ ਹੁੰਦਾ ਕਿ ਸਵਾਸਾਂ ਦੀ ਪੂੰਜੀ ਤਾਂ ਉਨੀ ਕੀ ਹੈ, ਚਾਹੇ ਸ਼ਿਫਟਾਂ ਲਾ ਕੇ ਗਵਾ ਲਓ, ਚਾਹੇ ਆਪਦੇ ਆਪ ਨੂੰ ਸੈਟਿਸਫਾਈ ਰੱਬ ਦਾ ਨਾਂ ਲੈ ਕੇ ਕਰ ਲਓ। ਕੀ ਕਹਿਣਾ ਚਾਹੋਗੇ ਇੱਥੇ? ਬਿਲਕੁਲ ਤੁਹਾਡੀ ਗੱਲ ਸਹੀ ਆ, ਕਿਉਂਕਿ ਜਿਹੜਾ ਹੈਗਾ ਆ ਜਿਹੜੀ ਦੌੜ ਆ ਨਾ, ਰੈਟ ਰੇਸ ਆ, ਇਹ ਸਾਨੂੰ ਜਿਹੜੇ ਐਕਚੁਅਲੀ ਜਿਹੜੇ ਵਰਲਡ ਦੇ ਆਪਾਂ ਕੈਪੀਟਲਿਸਟ ਵਰਲਡ ਦੇ ਵਿੱਚ ਰਹਿੰਦੇ ਆ, ਉਹਦੀ ਇੱਕ ਇਹ ਪ੍ਰੋਡਕਟ ਆ, ਬਾਈ ਪ੍ਰੋਡਕਟ ਆ ਕਿ ਬੰਬਾਰਡ ਕਰੋ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਰਿਸੋਰਸਿਸ ਨਾਲ, ਚਾਹੇ ਉਹ ਟੀਵੀ ਆ, ਚਾਹੇ ਉਹ ਹੈਗੇ ਆ ਹੋਰ ਸਾਧਨ ਆ, ਚਾਹੇ ਟਿਕਟੌਕ ਆ, ਚਾਹੇ ਟਵਿੱਟਰ ਆ, ਜੋ ਵੀ
ਉਹਨਾਂ ਨਾਲ ਕਰਕੇ ਲੋਕਾਂ ਨੂੰ ਐਸਾ ਇਹਨਾਂ ਨੂੰ ਮਨ ਨੂੰ ਇਹਨਾਂ ਦੇ ਨੂੰ ਭਟਕਾਓ ਕਿ ਇਹਨਾਂ ਦੇ ਮਨ 'ਚ ਇਹ ਆ ਜਾਏ ਕਿ ਆਹ ਚੀਜ਼ ਵੀ ਸਾਡੇ ਲਈ ਲੈਣੀ ਜ਼ਰੂਰੀ ਆ, ਆਹ ਘਰ ਇਹੋ ਜਿਹਾ ਵੱਡਾ ਬਣਾਉਣਾ ਜ਼ਰੂਰੀ ਆ, ਆਹ ਚੀਜ਼ਾਂ ਕਰਨੀਆਂ ਜ਼ਰੂਰੀ ਆ। ਲੇਕਿਨ ਸਾਡੇ ਨੂੰ ਦੇਖਣ ਵਾਲੀ ਗੱਲ ਹੈ ਇੱਥੇ ਵੀ ਅਸੀਂ ਜਿਹੜੀ ਬਾਣੀ ਸਾਡਾ ਆਧਾਰ ਬਣਦੀ ਆ ਬਈ ਜਦੋਂ ਮਨ ਭਟਕਣ ਲੱਗਦਾ, ਮੈਂ ਕਈ ਬੰਦੇ ਇਹ ਕਹਿੰਦੇ ਆ ਕਿ ਲੋ ਜੀ ਬਾਣੀ ਤਾਂ ਪੈਸੀਮਿਸਟ ਆ, ਗੱਲ ਇਹਦੇ 'ਚ ਆਹ ਗੱਲ ਪੈਸੀਮਿਸਟਿਕ ਆ। ਲੇਕਿਨ ਮੈਨੂੰ ਇਹ ਦੱਸੋ ਵੀ ਇਹਦੇ ਵਿੱਚ ਜਿਹੜੀ ਹੈਗੀ ਆ ਪੈਸੀਮਿਸਟਿਕ ਦੀ ਅਸੀਂ ਗੱਲ ਕਰਦੇ ਹਾਂ, ਇਹਦੇ ਵਿੱਚ ਬਾਣੀ ਦੇ ਵਿੱਚ ਤਾਂ ਇਹੋ ਜਿਹਾ ਉਹਨਾਂ ਨੇ ਸਾਨੂੰ ਬਾਣੀ ਦੇ ਵਿੱਚ ਸਾਰੀ ਦੇ ਵਿੱਚ ਗੁਰੂ ਸਾਹਿਬ ਨੇ ਜੋ ਕੁਝ ਦੁਨੀਆ 'ਚ ਹੁੰਦਾ ਉਹ ਦਿਖਾਇਆ, ਉਹਦਾ ਅੱਖੀਂ ਡਿੱਠਾ ਦ੍ਰਿਸ਼ਾਂਤ ਬਾਣੀ 'ਚ ਵਰਣਨ ਕੀਤਾ ਆ। ਉਹਨੂੰ ਅਸੀਂ ਬਾਣੀ ਦੇ ਵੀ ਜਿਹੜਾ ਸਾਰਾਂਸ਼ ਆ, ਜਿਹੜੇ ਉਹਨਾਂ ਦਾ ਗੁਰੂ ਸਾਹਿਬਾਨ ਦਾ ਮਕਸਦ ਆ, ਉਹਨੂੰ ਅਸੀਂ ਆਪਣੇ ਮਕਸਦ ਨਾਲ ਤੋੜ ਮਰੋੜ ਕੇ ਪੇਸ਼ ਕਰਨ ਲੱਗ ਪਈਏ ਤਾਂ ਇਹ ਸਾਡਾ ਗੁਰੂ ਸਾਹਿਬ ਦੇ ਜਿਹੜੀ ਹੈਗੀ ਆ ਜਿਹੜਾ ਆਸ਼ਾ ਆ ਉਹਦੇ ਵੀ ਅਸੀਂ ਉਲਟ ਚੱਲਣ ਵਾਲੀ ਗੱਲ ਹੈ। ਦੂਸਰੀ ਗੱਲ ਹੈਗੀ ਆ ਕਿ ਜਿਹੜੀਆਂ ਇੱਛਾਵਾਂ ਆ ਇਹਨਾਂ ਨੂੰ, ਜਿਵੇਂ ਤੁਸੀਂ ਘਰਾਂ ਦੀ ਗੱਲ ਕੀਤੀ ਆ, ਮੈਂ ਇੱਥੇ ਰੋਜ਼ ਦੇਖਦਾ, ਮੈਂ ਜੋ ਜਾਈਦਾ ਨਾ ਲੋਕਾਂ ਦੇ ਘਰਾਂ ਦੇ ਵਿੱਚ, ਜਿਹੜਾ ਮੈਂ ਪਹਿਲਾ ਆਰਟੀਕਲ 4 ਸਾਲ ਹੋਏ ਕਿਤੇ ਲੱਗਿਆ ਤਾਂ ਪੜ੍ਹੇ, ਉਹ ਮਾਪੇ ਵਿਚਾਰੇ ਕੀ ਕਰਨ, ਉਹ 'ਚ ਮੈਂ ਆਹੀ ਗੱਲਾਂ ਕੀਤੀਆਂ ਜਿਹੜਾ ਤੁਸੀਂ ਹੁਣ ਜਿਹੜਾ ਵਿਸ਼ਾ ਤੁਸੀਂ ਸ਼ੁਰੂ ਕਰ ਲਿਆ ਹੁਣ, ਬਈ ਇੱਥੇ ਦੇਖਦੇ ਆ ਮਾਪਿਆਂ ਨੇ ਵੱਡੇ ਘਰ ਬਣਾਏ, 2-2 ਸ਼ਿਫਟਾਂ ਲਾਈਆਂ, ਸਾਰੀ ਉਮਰ ਕੰਮ ਕਰੀ ਗਏ, ਬਿਲਕੁਲ ਬੱਚੇ ਇਹੀ ਕਹਿੰਦੇ ਤੁਸੀਂ ਸਾਡੇ ਕਾਹਨੂੰ ਕਰਨਾ ਸੀਗਾ, ਅਸੀਂ ਤੁਹਾਨੂੰ ਕਦੋਂ ਕਿਹਾ ਸੀ ਕਿਆ ਕਰੋ। ਲੇਕਿਨ ਫਿਰ ਬੱਚੇ ਜੁਦੇ ਰਹਿਣ ਲੱਗ ਪੈਂਦੇ, ਜੋ ਜੁਦੇ ਰਹਿੰਦੇ ਆ ਫਿਰ ਉਹ ਮਾਪੇ ਕਹਿੰਦੇ ਮੈਂ ਐਡਾ ਬੜਾ ਘਰ ਬਣਾਇਆ ਸੀਗਾ, ਇਹ 5000 ਸਕੁਅਰ ਫੁੱਟ ਦਾ ਘਰ ਆ, ਇਹਦੇ ਵਿੱਚ ਇੰਨਾ ਫਰਨੀਚਰ ਲਿਆ ਕੇ ਰੱਖ ਲਿਆ, ਕਿਸੇ ਨੇ 10,000 ਦਾ ਬਣਾ ਲਿਆ। ਫਿਰ ਉਹ ਕੀ ਕਰਦੇ ਆ, ਇਕੱਲੇ ਖੂੰਜਿਆਂ ਵੱਲ ਬੈਠੇ ਰਹਿੰਦੇ ਆ। ਇਹ ਮੈਂ ਸਿਰਫ ਲੇਖ ਦੇ ਬੇਸ ਤੇ ਗੱਲ ਨਹੀਂ ਕਰਦਾ, ਮੈਂ ਕੱਲ ਪਰਸੋਂ ਕੱਲ ਹੀ ਅਸੀਂ ਗਏ ਸੀ ਕਿਸੇ ਦੇ ਘਰ, ਆਪਣੇ ਬਹੁਤ ਕਰੀਬੀ ਰਿਸ਼ਤੇਦਾਰ ਦੇ, ਉੱਥੇ ਵੀ ਇਹੀ ਗੱਲ ਉੱਭਰ ਕੇ ਸਾਹਮਣੇ ਆਈ ਕਿ ਅਸੀਂ ਜੀ ਦੇਖੋ ਐਡਾ ਬੜਾ ਘਰ ਬਣਾ ਲਿਆ ਅਸੀਂ, ਤੇ ਮੁੰਡੇ ਦਾ ਵਿਆਹ ਕੀਤਾ ਸੀਗਾ, ਉਹ ਹੁਣ ਦੇਖੋ ਜੀ ਉਹ ਜੁਦੇ ਹੋ ਰਹਿੰਦੇ ਆ, ਅਸੀਂ 2 ਜਣੇ ਘਰ ਵਿੱਚ, 2 ਜਣੇ ਹਸਬੈਂਡ ਵਾਈਫ, ਅਸੀਂ ਕੰਮ ਤੋਂ ਆ ਕੇ ਇੱਕ ਦੂਜੇ ਵੱਲ ਦੇਖਦੇ ਰਹਿੰਦੇ ਆ। ਸੋ ਇਹ ਗੱਲਾਂ ਜਿਹੜੀ ਨਾ ਤੁਹਾਡੇ ਜਿਹੜਾ ਵਿਸ਼ਵਾਸ ਬਣਦਾ ਜਾਂ ਤੁਹਾਡੀ ਧਾਰਨਾ ਬਣਦੀ ਆ ਇਸ ਜੋ ਕੁਝ ਸਾਡੇ ਨਾਲ ਹੋ ਰਿਹਾ, ਉਹਨੂੰ ਰੀਇਨਫੋਰਸ ਕਰਦੀ ਆ ਕਿ ਅਸੀਂ ਜਿਹੜੀ ਗੱਲ ਚੋਂ ਨਿਕਲਣਾ ਚਾਹੀਦਾ ਨਿਕਲਦੇ ਨਹੀਂਗੇ, ਅਸੀਂ ਮੁੜ ਉਹਦੇ ਵਿੱਚ ਹੋਰ ਫਸੀ ਜਾਂਦੇ ਹਾਂ। ਜਦੋਂ ਸਿੰਪਲ ਗੱਲ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ 20 ਸਾਲ 30 ਸਾਲ ਕੰਮ ਕਰ ਲਿਆ, ਜੇ ਤੁਸੀਂ 30 ਸਾਲ ਦੇ ਵਿੱਚ ਕੁਝ ਬਣਾ ਨਹੀਂ ਸਕੇ ਤੇ ਅਗਲੇ 20 ਸਾਲਾਂ ਵਿੱਚ ਕੋਈ ਸੋਨੇ ਦੇ ਸੁੱਗੇ ਨਹੀਂ ਲੱਗ ਜਾਣੇ। ਤੁਸੀਂ ਆਪਣੇ ਜ਼ਿੰਦਗੀ ਦਾ ਜਿਹੜਾ ਹੈਗਾ ਆ, ਕਿਸੇ ਨੇ 500 ਸਾਲ ਨਹੀਂ ਜੀਣਾ, ਹਰੇਕ ਬੰਦੇ ਨੇ, ਕਿਸੇ ਨੇ 100 ਤੱਕ ਨਹੀਂ ਪਹੁੰਚਣਾ। ਜੇ ਅਸੀਂ ਹੁਣ 70 ਸਾਲ ਦੇ ਹੋ ਗਏ, 60 ਸਾਲ ਦੇ ਹੋ ਗਏ ਆ, ਤਾਂ ਹੁਣ ਇੰਨਾ ਪਤਾ, ਇਹ ਨਹੀਂ ਪਤਾ ਕਿ ਕਿਸੇ ਦਾ ਟਾਈਮ ਕਦੋਂ ਆ ਜਾਣਾ, ਲੇਕਿਨ ਇੰਨਾ ਜ਼ਰੂਰ ਪਤਾ ਕਿ ਜਿੰਨਾ ਲੰਘ ਗਿਆ ਉਹਨਾਂ ਨਹੀਂ ਰਹਿ ਗਿਆ। ਜੇ ਅਸੀਂ ਰਹਿੰਦੇ ਟਾਈਮ ਨੂੰ ਆਪਣੇ ਇਸ ਹਿਸਾਬ ਨਾਲ ਆਪਣੇ ਵੰਡ ਕੇ ਉਹਨੂੰ ਯੂਟੀਲਾਈਜ਼ ਕਰੀਏ ਤੇ ਅਸੀਂ ਬੜੇ ਮਾਨਸਿਕ ਤੌਰ ਤੇ ਵੀ ਸੌਖੇ ਰਹਿ ਸਕਦੇ ਹਾਂ, ਸਰੀਰਕ ਤੌਰ ਤੇ ਵੀ ਸੌਖੇ ਰਹਿ ਸਕਦੇ ਹਾਂ, ਆਰਥਿਕ ਤੌਰ ਤੇ ਵੀ ਅਸੀਂ ਕੁਬਿਧੀਆਂ ਚੋਂ ਬਚ ਸਕਦੇ ਹਾਂ। ਇਹੀ ਨਹੀਂ ਵੀ ਮਰਦੇ ਦਮ ਤੱਕ ਇਹ ਪੇਮੈਂਟਾਂ ਦੇਈ ਜਾਣੀਆਂ ਤੇ ਘਰ ਫ੍ਰੀ ਨਾ ਹੋਵੇ। ਸੋ ਸੀਮਿਤ ਸਾਧਨਾਂ ਦੇ ਮੁਤਾਬਕ, ਜੇ ਸੀਮਿਤ ਮਨ ਦੇ ਵਿੱਚ ਸੀਮਿਤ ਲੋੜਾਂ ਬਣਾ ਕੇ ਰਹੀਏ ਤਾਂ ਅਸੀਂ ਬੜੇ ਸੌਖੇ ਰਹਿ ਸਕਦੇ। ਬੜਾ ਸਿੰਪਲ ਤਰੀਕਾ ਜਿਹਦਾ ਨਾ ਹੈਗਾ, ਇਹ ਕੋਈ ਦੱਸੇ ਵੀ ਆਹ ਬਟਨ ਦੱਬੋ ਤੇ ਤੁਸੀਂ ਸੌਖੇ ਹੋ ਸਕਦੇ ਆ। ਲੋਕੀ ਉਹ ਬਟਨ ਦੱਬਦੇ ਨਹੀਂ, ਉਹ ਬਟਨ ਨੂੰ ਹੋਰ ਪਾਸੇ ਘੁੰਮੀ ਜਾਂਦੇ ਆ। ਜੀ ਸੋਤਾ ਸਾਹਿਬ, ਇੱਕ ਕੁਇਕ ਬ੍ਰੇਕ ਦਾ ਟਾਈਮ ਹੋ ਗਿਆ। ਜਿੱਦਾਂ ਤੁਸੀਂ ਦੱਸਿਆ ਕਿ ਅਸੀਂ ਕਿਸ ਦੇ ਘਰੇ ਗਏ, ਮਨ ਦੇ ਵਿੱਚ ਇੱਕ ਵੇਦਨਾ ਸ਼ੁਰੂ ਹੋ ਗਈ, ਮੰਨਦੇ ਉਹ ਘਰੇ ਆ ਕੇ ਫਿਰ ਉਹੀ ਦਿਮਾਗੀ ਉਹ ਜਿਹੜੀਆਂ ਗੱਲਾਂ ਤੁਸੀਂ ਹਸਬੈਂਡ ਵਾਈਫ ਆਪਦੇ ਬੱਚਿਆਂ ਨਾਲ ਕਰਨੀਆਂ ਸੀ ਕਿ ਅੱਜ ਆਪਾਂ ਆਹ ਕੀਤਾ ਆ, ਪਰਿਵਾਰਕ ਗੱਲਾਂ ਆ, ਉੱਧਰੋਂ ਮਨ ਹੋਰ ਪਾਸੇ ਚਲਾ ਗਿਆ ਤੇ ਮਨ ਇੱਛਾਵਾਂ ਚਲਾ ਗਿਆ ਫਿਰ, ਠੀਕ ਹੈ ਨਾ। ਹਾਲਾਂਕਿ ਪਰਮਾਤਮਾ ਨੇ ਸਿਰ ਦੀ ਛੱਤ ਵੀ ਦਿੱਤੀ ਹੁੰਦੀ, ਸਭ ਕੁਝ ਤੁਸੀਂ ਜੋ, ਕਿਉਂਕਿ ਜਦੋਂ ਆਪਾਂ ਇੰਡੀਆ 'ਚ ਆਉਂਦੇ ਹਾਰਡਵਰਕ ਕਰਦੇ, ਇੱਕ ਘਰ ਇੱਕ ਗੱਡੀ ਸਭ ਕੁਝ ਬਣ ਜਾਂਦਾ ਆ, ਠੀਕ ਹੈ ਨਾ। ਪਰ ਉਹ ਜਦੋਂ ਬਾਹਰਲੀ ਦੁਨੀਆ ਦੇ ਵਿੱਚ ਪਰਛਾਵੇਂ ਜਦੋਂ ਪੈਂਦੇ ਆ ਤਾਂ ਆਪਾਂ ਆਪਦੀ ਜਿਹੜੀ ਜ਼ਿੰਦਗੀ ਦੀ ਲਾਈਨ ਆ ਉਹ ਤੋਂ ਹਟ ਕੇ ਸੋਚਣਾ ਸ਼ੁਰੂ ਕਰ ਦਿੰਦੇ, ਉਹੀ ਕਿਤੇ ਨਾ ਕਿਤੇ ਫਿਰ ਆਪਣਾ ਦੁੱਖ ਦਾ ਕਾਰਨ ਬਣਦਾ। ਬਹੁਤ ਵਧੀਆ ਗੱਲ ਤੁਸੀਂ ਦੱਸੀ ਸਹੋਤਾ ਸਾਹਿਬ। ਰੁਕਦੇ ਇੱਕ ਛੋਟੀ ਜਿਹੀ ਬ੍ਰੇਕ ਲਈ। ਦਰਸ਼ਕੋ, ਸਾਡੇ ਨਾਲ ਬਣੇ ਹੋਏ ਨੇ ਮਾਣਯੋਗ ਕੁਲਵੰਤ ਸਿੰਘ ਸਹੋਤਾ, ਬਹੁਤ ਵਧੀਆ ਐਕਟਿਵਿਸਟ ਨੇ, ਗੱਲ ਕਰ ਰਹੇ ਕਿ ਡਿਪਰੈਸ਼ਨ ਦਾ ਕਾਰਨ, ਸੁਸਾਈਡਲਸ ਜਿਹੜੇ ਥਾਟਸ ਆਉਂਦੇ ਆ, ਆਪਾਂ ਐਕਸਪੈਕਟੇਸ਼ਨਸ ਨੂੰ ਕਿੱਦਾਂ ਕੰਟਰੋਲ ਕਰਨਾ। ਬਹੁਤ ਵਧੀਆ ਪ੍ਰੋਗਰਾਮ ਦੇ ਰਹੇ ਹਾਂ। ਰੁਕਦੇ ਇੱਕ ਛੋਟੀ ਜਿਹੀ ਬ੍ਰੇਕ ਲਈ, ਬਣੇ ਰਹੋ ਜਸ ਪੰਜਾਬੀ ਤੇ।
ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫਿਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਮੈਂ ਤੁਹਾਡਾ ਗੁਰਲਾਲ ਗੱਲ ਕਰ ਰਹੇ ਹਾਂ। ਜਿਹੜੀਆਂ ਕਿ ਇੱਛਾਵਾਂ ਮੁੜ ਕੇ ਹੱਦ ਤੋਂ ਜ਼ਿਆਦਾ ਜਿਹੜਾ ਆਪਾਂ ਸੋਚ ਲੈਂਦੇ ਕਿ ਆ ਕਰਨਾ ਹੁੰਦਾ ਨਹੀਂ ਗਾ ਤਾਂ ਫਿਰ ਦੁੱਖ ਦਾ ਕਾਰਨ ਬਣਦਾ ਤੇ ਉਹ ਫਿਰ ਡਿਪਰੈਸ਼ਨ, ਸੀਵੀਅਰ ਡਿਪਰੈਸ਼ਨ ਤੇ ਉਹ ਸਾਰੀਆਂ ਗੱਲਾਂ ਆਪਾਂ ਕਰੀ ਜਾਂਦੇ ਹਾਂ। ਉਗੇ ਐਕਟਿਵਿਸਟ ਵੈਨਕੂਵਰ ਕੈਨੇਡਾ ਤੋਂ ਸਾਡੇ ਨਾਲ ਬਣੇ ਕੁਲਵੰਤ ਸਿੰਘ ਸੋਤਾ ਸਾਹਿਬ ਸਵਾਗਤ ਜੀ। ਬਹੁਤ ਵਧੀਆ ਗੱਲਾਂ ਕਰ ਰਹੇ ਤੁਸੀਂ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਆਪਾਂ ਨਾ ਦਰਸ਼ਕਾਂ ਨੇ ਇੱਕ ਗੱਲ ਜ਼ਰੂਰ ਸਾਂਝੀ ਕਰੀਏ ਸੋਤਾ ਸਾਹਿਬ, ਜਿਹੜੇ ਆਪਣੇ ਧਾਰਮਿਕ ਸੰਸਥਾਨ ਹੈ, ਮੈਂ ਇੱਕ ਧਰਮ ਦੀ ਗੱਲ ਨਹੀਂ ਕਰ ਰਿਹਾ, ਜਿਹੜੇ ਵੀ ਆ ਮਸਜਿਦ ਆ, ਮੰਦਿਰ ਆ, ਗੁਰਦੁਆਰਾ ਸਾਹਿਬ ਆ, ਕਿਤੇ ਨਾ ਕਿਤੇ ਆਪਾਂ ਨੂੰ ਦੇਖੋ ਇੱਥੇ ਆ ਕੇ ਆਪਾਂ ਸਾਰਿਆਂ ਨੇ ਹਿੰਦੂ ਭਾਈਚਾਰੇ ਨੇ ਮੰਦਿਰ ਬਣਾ ਲਏ, ਆਪਾਂ ਗੁਰਦੁਆਰਾ ਸਾਹਿਬ ਬਣਾ ਲਏ, ਬਾਕੀਆਂ ਨੇ ਆਪਦੇ ਸਥਾਨ ਬਣਾਏ, ਬਹੁਤ ਵਧੀਆ, ਹਰੇਕ ਨੂੰ ਮੁਬਾਰਕ ਉਸ ਚੀਜ਼ ਦੀ। ਔਰ ਜ਼ਰੂਰਤ ਵੀ ਹੈ ਕਿਉਂਕਿ ਵਿਆਹ ਸ਼ਾਦੀਆਂ ਵੀ ਹੋਣੇ ਆ ਅਤੇ ਬਾਅਦ ਦੇ ਵਿੱਚ ਜਿਹੜਾ ਮਰਨ ਤੋਂ ਬਾਅਦ ਭੋਗ ਵੀ ਚਾਹੀਦਾ, ਇਹ ਚੀਜ਼ਾਂ ਦੀ ਜ਼ਰੂਰਤ ਵੀ ਹੁੰਦੀ ਆ ਔਰ ਆਪਾਂ ਕਰ ਵੀ ਰਹੇ ਹਾਂ। ਪਰ ਕਿਤੇ ਨਾ ਕਿਤੇ ਆਪਾਂ ਸਿਰਫ ਅਤੇ ਸਿਰਫ ਜਿਹੜੇ ਧਾਰਮਿਕ ਸੰਸਥਾਨ ਆ, ਜਿੱਦਾਂ ਤੁਸੀਂ ਗੁਰਬਾਣੀ ਦੀ ਹੁਣੀ ਤੁਕਾਂ ਵੀ ਸੁਣਾਈਆਂ ਸੀਗੀਆਂ, ਅਤੇ ਆਪਾਂ ਸਿਰਫ ਇਹਨਾਂ ਚੀਜ਼ਾਂ ਲਈ ਯੂਜ਼ ਕਿਉਂ ਕਰਦੇ? ਆਪਾਂ ਉੱਥੇ ਜਾ ਕੇ ਜਿਹੜੇ ਭਾਈ ਸਾਹਿਬ ਆ ਜਾਂ ਗੁਰਦੁਆਰਾ ਸਾਹਿਬ ਦੇ ਮੈਂਬਰਾਂ ਆ, ਕਮੇਟੀ, ਉਹਨਾਂ ਨੂੰ ਕਹੀਏ ਕਿ ਆਹ ਜਿਹੜਾ ਸਮਾਜ ਦੇ ਵਿੱਚ ਆਹ ਕੁਛ ਚੱਲ ਰਿਹਾ ਹੈ, ਕਿਤੇ ਨਾ ਕਿਤੇ ਉਹਨਾਂ ਨੂੰ ਵੀ ਉਪਰਾਲਾ ਕਰਨਾ ਚਾਹੀਦਾ ਕਿ ਯੂਥ ਨੂੰ ਸੰਡੇ, ਸੈਟਰਡੇ, ਫਰਾਈਡੇ ਇਵਨਿੰਗ, ਵੈਨਸਡੇ ਇਵਨਿੰਗ ਕਿਤੇ ਵੀ ਇਕੱਠਾ ਕਰਕੇ ਇਹਨਾਂ ਚੀਜ਼ਾਂ ਬਾਰੇ ਧਿਆਨ ਦੇਣ ਤਾਂ ਕਿ ਜਿਹੜਾ ਯੂਥ ਹੈ ਉਹ ਆਪਦੀ ਚੰਗੀ ਜ਼ਿੰਦਗੀ ਜੀ ਸਕੇ। ਜਿੱਥੋਂ ਤੱਕ ਮੇਰਾ ਇੱਥੇ ਲੋਕਲ ਤਜਰਬਾ ਹੈਗਾ, ਬਹੁਤੀਆਂ ਸੰਸਥਾਵਾਂ, ਗੁਰਦੁਆਰਾ ਸਾਹਿਬਾਨ ਜਾਂ ਹੋਰ ਧਾਰਮਿਕ ਸੰਸਥਾਵਾਂ ਇਸ ਗੱਲ ਵੱਲ ਕਾਫੀ ਧਿਆਨ ਦੇ ਰਹੀਆਂ। ਉਹ ਕੋਸ਼ਿਸ਼ ਕਰਦੇ ਵੀ ਆ ਆਪਣੇ ਵਿੱਤ ਦੇ ਮੁਤਾਬਕ, ਆਪਣੀ ਪਹੁੰਚ ਦੇ ਮੁਤਾਬਕ ਜਿੰਨਾ ਕੁ ਉਹਨਾਂ ਕੋ ਹੈਗਾ, ਪਰ ਨਾਲ ਉਹਨਾਂ ਦਾ ਕਈ ਵਾਰੀ ਬਹੁਤਾ ਧਿਆਨ ਹੁੰਦਾ ਕਿ ਗੁਰਦੁਆਰੇ ਦਾ ਪ੍ਰਬੰਧ, ਗੁਰਦੁਆਰਾ ਸਾਹਿਬ ਦਾ ਜਾਂ ਕਿਸੇ ਹੋਰ ਧਾਰਮਿਕ ਸੰਸਥਾ ਦਾ ਕਿਵੇਂ ਚਲਾਉਣਾ। ਕਈ ਵਾਰੀ ਉਹਨਾਂ ਦੇ ਵਿੱਚ ਆਪਸ ਵਿੱਚ ਹੀ ਟਸਲਸ ਪ੍ਰਬੰਧਕ ਕਮੇਟੀਆਂ ਦੇ ਵਿੱਚ ਆ ਜਾਂਦੀ ਆ। ਉਹ ਜਿਹੜੀਆਂ ਉਹ ਕਈ ਵਾਰੀ ਉਹ ਇਹਨਾਂ ਗੱਲਾਂ ਦੇ ਵਿੱਚ ਖੜੋਤ ਬਣ ਜਾਂਦੀਆਂ ਹੈਗੀਆਂ। ਹੁਣ ਇੱਥੇ ਕਈ ਸਮਾਜਿਕ ਗਰੁੱਪ ਵੀ ਹੈਗੇ ਆ, ਕਈ ਸੁਸਾਇਟੀਆਂ ਇਹੋ ਜਿਹੀਆਂ ਬਣੀਆਂ ਆ, ਕਈ ਗਰੁੱਪ ਹੈਗੇ ਸਿਰਫ ਬੰਦਿਆਂ ਨੇ ਜਿਨ੍ਹਾਂ ਦਾ ਕੰਮ ਇਹ ਹੈਗਾ ਕਿ ਬੱਚਿਆਂ ਨੂੰ ਡਰੱਗਸ ਤੋਂ ਕਿੱਦਾਂ ਕੱਢਣਾ ਹੈਗਾ ਆ, ਉਹਨਾਂ ਨੂੰ ਆਪਣੇ ਹੋਰ ਬੁਰੇ ਪਾਸੇ ਜਾਣ ਤੋਂ ਕਿਵੇਂ ਬਚਾਉਣਾ ਹੈ, ਸਾਰੂ ਪਾਸੇ ਕਿਵੇਂ ਲਾਉਣਾ ਹੈਗਾ। ਬਹੁਤ ਕੰਮ ਹੋ ਰਿਹਾ, ਲੇਕਿਨ ਇਨ ਬਿਟਵੀਨ ਇੰਨੇ ਕਰੈਕ ਆ, ਇੰਨੀਆਂ ਬਿਗ ਹੋਲਸ ਹੈਗੀਆਂ ਜਿਨ੍ਹਾਂ ਵਿੱਚ ਦੀ ਸਟਿਲ ਇਹ ਜਿਹੜੇ ਇਸ਼ੂਜ਼ ਸਲਿਪ ਆਊਟ ਹੋ ਜਾਂਦੇ ਆ ਔਰ ਉਹ ਫਲੋਰਿਸ਼ ਹੁੰਦੇ ਹੈਗੇ ਆ। ਸੋ ਇਹ ਜਿਹੜੇ ਹੈਗੇ ਆ, ਜਿੱਥੇ ਤੱਕ ਮੇਰਾ ਹੈਗਾ ਕਿ ਇਹਨੂੰ ਆਪਾਂ ਨੂੰ ਹਰ ਲੈਵਲ ਤੇ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ। ਜਿਹੜੀਆਂ ਧਾਰਮਿਕ ਸੰਸਥਾਵਾਂ ਉਹ ਆਪਣਾ ਕੰਮ ਕਰੀ ਜਾਣ, ਲੇਕਿਨ ਆਪਾਂ ਰੈਦਰ ਦੈਨ ਕਿ ਅਸੀਂ ਨੈਗੇਟਿਵ ਜਾਂ ਨੁਕਤਾਚੀਨੀ ਕਰੀਏ, ਨੈਗੇਟਿਵ ਗੱਲਾਂ ਕਰੀਏ, ਉਹਦੇ ਨਾਲੋਂ ਜੇ ਕੋਈ ਚੰਗਾ ਕੰਮ ਜਿੱਥੇ ਜਿੰਨਾ ਕਰਦਾ ਉਹਨੂੰ ਕਰਨ ਦਿਓ। ਤੁਸੀਂ ਆਪ ਜਿੰਨਾ ਤੁਹਾਡੀ ਵਿੱਤ ਹੈਗਾ, ਸਮਰੱਥਾ ਹੈਗੀ, ਤੁਸੀਂ ਵੀ ਕਰੀ ਚੱਲੋ, ਲੇਕਿਨ ਇਵੈਂਚੁਅਲੀ ਆਪਾਂ ਕਿਤੇ ਨਾ ਕਿਤੇ ਇੱਕ ਪਲੇਟਫਾਰਮ ਤੇ ਜ਼ਰੂਰ ਇਕੱਠੇ ਹੋਵਾਂਗੇ ਤਾਂ ਕਿ ਅਸੀਂ ਕਹਾਂਗੇ ਵੀ ਆਹ ਵੀ ਕਰ ਰਿਹਾ। ਜਿਹਦੀ ਪ੍ਰਾਈਮ ਐਗਜ਼ਾਮਪਲ ਮੈਂ ਦਿੰਦਾ, ਤੁਸੀਂ ਕਿੱਥੇ ਬੈਠੇ, ਮੈਂ ਕਿੱਥੇ ਬੈਠਾ। ਤੁਸੀਂ ਮੇਰਾ ਲੇਖ ਪੜ੍ਹ ਕੇ ਤੁਸੀਂ ਮਹੀਨੇ ਬਾਅਦ ਮੇਰੇ ਨਾਲ ਸੰਪਰਕ ਕਰਕੇ ਮੈਨੂੰ ਪਲੇਟਫਾਰਮ ਦਿੱਤਾ। ਤਾਂ ਹੁਣ ਮੈਨੂੰ ਮਨ ਨੂੰ ਤਸੱਲੀ ਨਾ ਹੋਊਗੀ ਮੇਰੇ ਨੂੰ ਕਿ ਮੈਂ ਜਿਹੜੇ ਕੰਮ ਲਈ ਜਿਹੜਾ ਮੈਂ ਸੁਹਿਰਦ ਇਰਾਦੇ ਨਾਲ ਆਪਣਾ ਮਨ ਦੇ ਵਿੱਚ ਸੋਚ ਕੇ ਮੈਂ ਲਿਖਣਾ ਸ਼ੁਰੂ ਕੀਤਾ, ਲਿਖ ਕੇ ਉਹ ਮੈਂ ਗਾਹਾਂ ਪੇਪਰ ਨੇ ਛਾਪਣਾ ਸ਼ੁਰੂ ਕੀਤਾ ਔਰ ਮੈਨੂੰ ਪਾਠਕਾਂ ਦੀ ਰਿਸਪੌਂਸ ਹੋਣੀ ਸ਼ੁਰੂ ਹੋਈ। ਉਸ ਤੋਂ ਬਾਅਦ ਹੁਣ ਤੁਹਾਡਾ ਮੈਨੂੰ ਟੀਵੀ ਸੰਸਥਾ ਵੱਲੋਂ ਮੈਨੂੰ ਆ ਗਿਆ ਕਿ ਆਪਾਂ ਇਹਦੇ ਬਾਰੇ ਗੱਲ ਕਰਨੀ ਆ। ਸੋ ਇਹ ਇੱਕ ਬੜੀ ਮਿਊਚੁਅਲ ਦੋਹਾਂ ਪਾਸਿਆਂ ਤੋਂ ਇਹ ਇੱਕ ਦੂਜੇ ਨੂੰ ਉਤਸ਼ਾਹਿਤ ਕਰਨ ਵਾਲੀ ਗੱਲ ਆ ਕਿ ਅਸੀਂ ਸਾਡੇ ਸਮਾਜਿਕ ਮੁੱਦੇ ਆ, ਸਮਾਜਿਕ ਕੁਰੀਤੀਆਂ ਆ, ਸਮਾਜਿਕ ਜਿੱਦਾਂ ਸਾਡਾ ਸਮਾਜ ਨਿਘਾਰ ਵੱਲ ਨੂੰ ਜਾ ਰਿਹਾ, ਇਹਨੂੰ ਚੋਂ ਨਿਕਲਣ ਦਾ, ਇਹਨੂੰ ਚੋਂ ਕੱਢਣ ਦਾ ਆਪਾਂ ਕੀ ਉਪਰਾਲਾ ਕਰੀਏ। ਸੋ ਇਹ ਇੱਕ ਆਪਣੀ ਸਾਂਝੀ ਯੁਕਤ ਆ ਕਿ ਅਸੀਂ ਇਹਦੇ ਨਾਲ ਜਿੱਥੇ ਵੀ ਕੋਈ ਜਿਹਦੇ ਕੋਲ ਕੋਈ ਪਲੇਟਫਾਰਮ ਹੈਗਾ, ਜੇ ਆਪਾਂ ਕਿਸੇ ਪਾਰਟੀ 'ਚ ਬੈਠੇ, ਸੁਸਾਇਟੀ 'ਚ ਬੈਠੇ, ਕਿਤੇ ਗਰੁੱਪ 'ਚ ਬੈਠੇ, ਉੱਥੇ ਵੀ ਆਪਾਂ ਇਹੋ ਜਿਹੀ ਪੋਜ਼ਿਟਿਵ ਜਿਹੜੀ ਹੈਗੀ ਆ ਕਨਵਰਸੇਸ਼ਨ, ਗੱਲਬਾਤ ਸ਼ੁਰੂ ਕਰੀਏ ਤੇ ਉਹਦੇ ਵਿੱਚੋਂ ਵੀ ਬੈਠਿਆਂ ਨੂੰ ਤੁਹਾਨੂੰ ਵੀ ਸੇਧ ਮਿਲ ਸਕਦੀ ਹੈ, ਕਈਆਂ ਗੱਲਾਂ ਦੀ ਉਹਨਾਂ ਨੂੰ ਵੀ ਮਿਲ ਸਕਦੀ ਆ। ਸੋ ਇੱਕ ਇਹਦਾ ਕੋਈ ਏਦਾਂ ਨਹੀਂ ਚਾਹੀਦਾ ਕਿ ਸਾਨੂੰ ਬਹੁਤ ਵੱਡਾ ਪਲੇਟਫਾਰਮ ਹੋਵੇ ਤਦ ਹੀ ਅਸੀਂ ਇਹ ਆਪਣੇ ਮੁੱਦੇ ਹੱਲ ਕਰ ਸਕਦੇ। ਇਹ ਤਾਂ ਹਰ ਇੱਕ ਗੱਲ ਤੇ ਹਰ ਟਾਈਮ ਇਹਨੂੰ ਕਰਦੇ ਰਹਿਣ ਦੀ ਜ਼ਰੂਰਤ ਹੈ ਔਰ ਹਰ ਤਰ੍ਹਾਂ ਦਾ ਇਨਕਲੂਡਿੰਗ ਆਪਣੀ ਬਾਣੀ ਲੈ ਕੇ ਉਹਨੂੰ ਆਧਾਰ ਬਣਾ ਕੇ ਸਾਨੂੰ ਜਿੱਥੋਂ ਵੀ ਕਿਤੋਂ ਉਸਾਰੂ ਮਨ ਨੂੰ ਉਸਾਰੂ ਉਤਸ਼ਾਹ ਮਿਲਦਾ, ਉਹ ਕਿਣਕਾ ਵੀ ਲੈ ਕੇ ਸਾਨੂੰ ਮਨ ਨੂੰ ਪੋਜ਼ਿਟਿਵ ਪਾਸੇ ਵੱਲ ਨੂੰ ਤੁਰਨ ਦੀ ਸਾਨੂੰ ਲੋੜ ਹੈ। ਜੀ ਸਹੋਤਾ ਸਾਹਿਬ, ਅਗੇਨ ਸੋਸ਼ਲ ਮੀਡੀਆ ਜਿਹੜਾ ਹੈਗਾ ਅੱਜ ਕੱਲ੍ਹ ਚੱਲ ਰਿਹਾ ਬੜਾ, ਇੰਸਟਾਗ੍ਰਾਮ, ਫੇਸਬੁੱਕ, ਟਵਿੱਟਰ, ਜੋ ਵੀ ਆ,
ਇਹਨੂੰ ਮਰਜ਼ੀ ਆਪਾਂ ਜਿੱਧਰ ਨੂੰ ਮਰਜ਼ੀ ਯੂਜ਼ ਕਰ ਲਈਏ, ਮਰਜ਼ੀ ਵਿਖਾਵੇ ਲਈ ਯੂਜ਼ ਕਰ ਲਈਏ ਕਿ ਕਈ ਮੈਂ ਦੇਖਿਆ ਵੀ ਆਪਾਂ ਆਪਣੀ ਕਮਿਊਨਿਟੀ 'ਚ ਲੋਕ ਹੁੰਦੇ ਕਿ ਕੋਈ ਨਵੀਂ ਚੀਜ਼ ਲਿਆਂਦੀ ਉਹਦੇ ਉੱਤੇ ਪਾ ਕੇ ਲੋਕਾਂ ਨੂੰ ਦੱਸਦਾ ਕਿ ਅਸੀਂ ਇਹ ਲਿਆਂਦੀ। ਚੰਗੀ ਗੱਲ ਹੈ, ਸ਼ਾਇਦ ਉਹ ਆਪਦੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਣ ਔਰ ਆਪਾਂ ਨੂੰ ਉਹਨਾਂ ਦੀ ਖੁਸ਼ੀ ਦੇ ਵਿੱਚ ਸ਼ਰੀਕ ਬਣਨਾ ਚਾਹੀਦਾ ਔਰ ਮੁਬਾਰਕਬਾਦ ਵੀ ਦੇਣੀ ਚਾਹੀਦੀ ਆ। ਪਰ ਉੱਥੇ ਕਿਤੇ ਨਾ ਕਿਤੇ ਜਿਹੜਾ ਇੱਕ ਵਰਗ ਹੁੰਦਾ ਆ, ਜਿਹੜਾ ਯੂਥ ਹੁੰਦਾ, ਉਹ ਕਹਿੰਦਾ ਕਿ ਮੇਰੇ ਕੋਲ ਆ ਚੀਜ਼ ਕਿਉਂ ਨਹੀਂ, ਬਜਾਏ ਦੇ ਕਿ ਜੇ ਮੈਨੂੰ ਪਰਮਾਤਮਾ ਨੇ ਕੋਈ ਚੀਜ਼ ਬਖਸ਼ੀ ਆ ਮੈਂ ਆਪਦੇ ਕੋਲ ਰੱਖਾਂ, ਉਹਨੂੰ ਉਹਦਾ ਸੁੱਖ ਮਾਣਾ, ਬਜਾਏ ਕਿ ਮੈਂ ਉਹਦਾ ਮਜ਼ਾਰਾ ਕਰਕੇ ਬਾਹਰ ਕਿਸੇ ਵਿਚਾਰੇ ਦੀ ਪਹੁੰਚ ਹੈ ਨਹੀਂ ਗੀ ਉਹਨੂੰ ਮੈਂ ਦੁਖੀ ਕਰਾਂ। ਅਗੇਨ ਇੰਡੀਵਿਜੂਅਲ ਮਨ ਹੁੰਦਾ, ਇੰਡੀਵਿਜੂਅਲ ਬ੍ਰੇਨ ਦਾ ਥਾਟ ਪ੍ਰੋਸੈਸ ਹੁੰਦਾ ਹੈ ਕਿ ਜੇ ਉਹਨੇ ਪਾ ਵੀ ਦਿੱਤਾ ਤਾਂ ਸਾਡੀ ਸਿਹਤ 'ਤੇ ਕੀ ਅਸਰ ਹੈ। ਜੋ ਮੇਰੀ ਹੈਗੀ ਮੈਂ ਉੱਤੇ ਖੁਸ਼ ਰਵਾਂ ਔਰ ਕੋਸ਼ਿਸ਼ ਕਰਾਂ ਕਿ ਮੈਂ ਇਸ ਤੋਂ ਬਾਅਦ ਹੋਰ ਕੁਛ ਕਰ ਸਕਾਂ। ਪਰ ਇਹਦੇ ਵਿੱਚ ਆਪਣੀ ਖਾਸ ਕਰਕੇ ਆਪਣੀ ਕਮਿਊਨਿਟੀ 'ਚ ਇਹਦੇ ਵਿੱਚ ਰੀਸ ਤੁਰ ਪੈਂਦੀ ਹੈ। ਜਦੋਂ ਰੀਸ ਤੁਰ ਪੈਂਦੀ ਹੈ ਉੱਥੇ ਫਿਰ ਪ੍ਰੋਬਲਮਾਂ ਖੜੀਆਂ ਹੁੰਦੀਆਂ ਕਿ ਹਾਂ ਬੱਚੇ ਫਿਰ ਮਾਂ ਬਾਪ ਨੂੰ ਕਹਿੰਦੇ ਆ, ਮਾਂ ਬਾਪ ਵਿਚਾਰੇ ਹੋਰ ਸ਼ਿਫਟਾਂ ਲਾਉਂਦੇ ਆ। ਗੱਲ ਫਿਰ ਉੱਥੇ ਆਉਂਦੀ ਸਵਾਸਾਂ ਦੀ ਪੂੰਜੀ ਤਾਂ ਉਨੀ ਕੀ ਹੈ ਮਾਂ ਬਾਪ ਦੀ ਵੀ ਅਤੇ ਸਾਰਿਆਂ ਦੀ। ਉਹ ਫਿਰ ਜਿਹੜੀ ਕਸ਼ਮਕਸ਼ ਦੇ ਵਿੱਚ ਜ਼ਿੰਦਗੀ ਨਿਕਲਦੀ ਹੈ ਨਾ, ਬੜੀ ਹਾਰਡ ਹੁੰਦੀ ਹੈ। ਆਪਾਂ ਐਜ਼ ਪ੍ਰੋਗਰਾਮ ਦੇ ਜ਼ਰੀਏ ਵੀ ਲੋਕਾਂ ਨੂੰ ਇਹ ਕਹਾਂਗੇ ਕਿ ਨਹੀਂ, ਬੱਚਿਆਂ ਨੂੰ ਵੀ ਅਤੇ ਮਾਂ ਬਾਪ ਨੂੰ ਵੀ ਕਹਾਂਗੇ ਕਿ ਤੁਸੀਂ ਆਹ ਜਿਹੜੀਆਂ ਬੱਚਿਆਂ ਦੀਆਂ ਐਕਸਪੈਕਟੇਸ਼ਨਸ ਆ ਲੋਕਾਂ ਨੂੰ ਦੇਖ ਕੇ, ਜੇ ਉਹਨਾਂ ਦੀਆਂ ਆਪਦੀਆਂ ਹੈਗੀਆਂ ਤਾਂ ਉਹਨਾਂ ਨੂੰ ਕਹੋ ਵੀ ਪੜ੍ਹੋ, ਪੜ੍ਹ ਕੇ ਤੁਸੀਂ ਕੰਮ ਕਰੋ। ਤਾਂ ਇਸ ਕੰਟਰੀ 'ਚ ਕੋਈ ਵੀ, ਇਹਨਾਂ ਕੰਟਰੀਆਂ 'ਚ ਕੋਈ ਚੀਜ਼ ਇੰਪੋਸੀਬਲ ਨਹੀਂ ਹੈ। ਪਰ ਤੁਸੀਂ ਜਦੋਂ 50 ਸਾਲ 45 ਸਾਲ 50 ਸਾਲ ਲਾ ਕੇ ਘਰ ਬਣਾ ਲਿਆ, ਉਹਨਾਂ ਨੂੰ ਚੰਗੀ ਐਜੂਕੇਸ਼ਨ ਦੇ ਦਿੱਤੀ ਹੈ, ਉਸ ਤੋਂ ਬਾਅਦ ਫਿਰ ਤੁਸੀਂ ਸ਼ਿਫਟਾਂ ਲਾਉਣੇ ਆ ਸਿਰਫ ਅਤੇ ਸਿਰਫ ਉਹਨਾਂ ਦੀਆਂ ਇੱਛਾਵਾਂ ਪੂਰਤੀ। ਉਹ ਇੱਛਾਵਾਂ ਤਾਂ ਮੁੱਕਣੀਆਂ ਹੀ ਨਹੀਂ। ਤੁਸੀਂ 60 ਸਾਲ ਦੇ 70 ਦੇ ਹੋ ਜਾਓਗੇ, ਉਹਨਾਂ ਦੀਆਂ ਇੱਛਾਵਾਂ ਹੋਰ ਜਾਣਗੀਆਂ, ਹਾਲਾਂਕਿ ਉਹ ਵੀ 30 40 ਸਾਲਾਂ ਦੇ ਹੋ ਜਾਣਗੇ ਉਸ ਤਾਈਂ। ਪਰ ਆਹ ਜਿਹੜੀ ਕਸ਼ਮਕਸ਼ ਆ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਖਤਮ ਹੋਣੀ ਚਾਹੀਦੀ ਹੈ। ਤੁਹਾਨੂੰ ਕੀ ਕਹਿਣਾ ਚਾਹੋਗੇ ਇੱਥੇ ਸੋਤਾ ਸਾਹਿਬ? ਮੈਂ ਇਹਦੇ ਬਾਰੇ ਨਾ ਮੈਂ ਹਮੇਸ਼ਾ ਹੀ ਇਹ ਮੇਰੇ ਮਨ 'ਚ ਬਹੁਤ ਵਿਚਾਰ ਆਉਂਦਾ ਕਿ ਟਵਿੱਟਰ ਤੇ ਜਾਂ ਜਿੱਥੇ ਵੀ ਜਿੰਨੇ ਹੈਗੇ, ਅਨਫੋਰਚੂਨੇਟਲੀ ਮੇਰੇ ਕੋਲ ਇਹ ਹੈ ਨਹੀਂ ਕੁਛ, ਮੇਰੇ ਕੋਲ ਲੈਂਡਲਾਈਨ ਫੋਨ ਨਹੀਂ ਆ। ਮੈਂ ਦੇਖਦਾ ਹੁੰਦਾ ਵੀ ਬੰਦੇ ਜੇ ਕਿਤੇ ਬੈਠੇ ਵੀ ਆ, ਬੱਚੇ ਆ ਜਾਂ ਸਿਆਣੇ ਆ, ਉਹ ਗੁੱਠੀ ਦੱਬੀ ਜਾਣਗੇ ਕਿ ਜਾਂ ਵੀ ਫਲਾਣੇ ਦਾ ਆ ਗਿਆ, ਫਲਾਣੇ ਥਾਂ ਗਿਆ, ਉਹਨੇ ਫੋਟੋ ਪਾਤੀ ਉੱਥੇ, ਮੈਂ ਉੱਥੇ ਗਿਆ, ਮੈਂ ਉੱਥੇ ਗਿਆ। ਫਿਰ ਮੈਂ ਕਈ ਵਾਰੀ ਇਹ ਸੋਚਦਾ ਨਾ, ਉੱਥੇ ਮੈਂ ਜਦੋਂ ਇਸ ਬਾਰੇ ਵਿਸ਼ੇ ਤੇ ਗੱਲ ਚੱਲੇ, ਮੈਂ ਕਹਿੰਦਾ ਹੁੰਦਾ ਦੇਖੋ ਸਾਡਾ ਗੁਆਂਢੀ ਆ ਫਲਾਨਾ, ਇਹਦਾ ਆਹ ਨਾਂ ਆ, ਇੱਧਰ ਆਹ ਗੁਆਂਢੀ ਇਹਦਾ ਆਹ ਨਾਂ ਆ, ਪਿਛਲੇ ਪਾਸੇ ਸਾਡੇ ਆਹ ਰਹਿੰਦਾ। ਵੀ ਮੈਨੂੰ ਇਹ ਜ਼ਰੂਰੀ ਆ ਕਿ ਹਰ ਮਿੰਟ ਜਾਂ ਹਰ 5 ਮਿੰਟ ਬਾਅਦ ਜਾਂ ਹਰ 10 ਮਿੰਟ ਬਾਅਦ ਦੇਖਾਂ ਕਿ ਰੌਬ ਸੁੱਤਾ ਪਿਆ ਕਿ ਜਾਗਦਾ, ਇੱਧਰ ਬਿੰਨ ਸਾਡਾ ਗੁਆਂਢੀ ਹੁਣ ਇਹ ਕਿੱਥੇ ਖੜਾ ਆ, ਕਿੱਥੇ ਬੈਠਾ ਆ, ਇੱਧਰ ਆਹ ਜਿਹੜਾ ਗੁਆਂਢੀ ਆ ਇਹ ਪੌੜੀਆਂ ਚੜ੍ਹਦਾ ਕਿ ਕੋਠੇ ਦੀ ਛੱਤ ਤੇ ਚੜ੍ਹਦਾ। ਵੀ ਅਸੀਂ ਜਿਹੜਾ ਸਾਡਾ ਕੋਈ ਕੀਮਤੀ ਟਾਈਮ ਜਿਹੜਾ ਸਾਡਾ ਕਿਸੇ ਉਸਾਰੂ ਪਾਸੇ ਲੱਗਣਾ ਸੀਗਾ ਉਹ ਅਸੀਂ ਇਸ ਗੱਲ ਤੇ ਲਾਈ ਜਾਂਦੇ ਕਿ ਫਲਾਣਾ ਕੀ ਕਰਦਾ। ਉਹ ਤੁਸੀਂ ਇਕੱਠੇ ਬਹਿ ਕੇ ਇੱਕ ਸੋਹਣਾ ਡਿਸਕਸ਼ਨ ਕਰ ਸਕਦੇ ਸੀ, ਰੱਬ ਦਾ ਨਾਂ ਲੈ ਸਕਦੇ ਸੀ, ਆਪਦੀ ਫੈਮਿਲੀ 'ਚ ਹੋਰ ਬਹੁਤ ਗੱਲਾਂ ਹੁੰਦੀਆਂ ਕਰਨ ਵਾਲੀਆਂ। ਖਾਸ ਕਰਕੇ ਇਹਨਾਂ ਕੰਟਰੀ ਜਦੋਂ ਮਾਂ ਬਾਪ ਕੰਮ ਕਰਦੇ ਆ, ਬੱਚੇ ਵੀ ਜਵਾਨ ਹੋ ਕੇ ਥੋੜ੍ਹਾ ਕੰਮ ਕਰਦੇ, ਸਕੂਲ ਜਾਂਦੇ, ਉਹ ਜਿਹੜਾ ਕਾਮਨ ਟਾਈਮ ਹੁੰਦਾ ਆ ਬਹੁਤ ਥੋੜ੍ਹਾ ਹੁੰਦਾ, ਉਹਨੂੰ ਯੂਟੀਲਾਈਜ਼ ਕਰਨਾ ਚਾਹੀਦਾ ਕਿ ਹਾਂ ਆਪਾਂ ਹੁਣ ਇਕੱਠੇ ਆ ਤਾਂ ਆਪਾਂ ਗੱਲਾਂ ਕਰਨੀਆਂ, ਤੇ ਉਹ ਫਿਰ ਉਹ ਰੀਸ 'ਚ ਚਲਾ ਜਾਂਦਾ। ਬਿਲਕੁਲ ਟੈਕਨੋਲੋਜੀ ਹੈ, ਇਹਦਾ ਅਸੀਂ ਮਿਸਯੂਜ਼ ਹੋ ਗਿਆ, ਇਹਦਾ ਫਾਇਦਾ ਨਹੀਂ ਹੋਇਆ। ਇਹਦਾ ਫਾਇਦਾ ਬਣੀ ਸੀ ਫਾਇਦੇ ਲਈ, ਲੇਕਿਨ ਇਹ ਫਾਇਦੇ ਦੀ ਥਾਂ ਅਸੀਂ ਕੁਫਾਇਦੇ ਲਈ ਵਰਤਣੀ ਸ਼ੁਰੂ ਕਰ ਦਿੱਤੀ। ਜੇ ਸਾਡੇ ਕੋਲ 24 ਘੰਟੇ 'ਚ ਅਸੀਂ 8 ਘੰਟੇ ਇਸ ਗੱਲ ਤੇ ਲਾ ਲੈਂਦੇ ਫਲਾਨਾ ਕੀ ਕਰਦਾ, ਧਮਕਾ ਕੀ ਕਰਦਾ, ਉਹ ਕਿੱਥੇ ਗਿਆ, ਕਿੱਥੇ ਉਹਦੀ ਲੋੜ ਹੈ, ਜ਼ਰੂਰ ਹੈ ਕੋਈ ਦੱਸੋ ਆਪ ਤੁਹਾਡੀ ਸਿਹਤ ਤੇ ਕੀ ਅਸਰ ਪੈਂਦਾ ਇਹਦਾ? ਕਿਸੇ ਦਾ ਕੁਛ ਨਹੀਂ ਆਉਂਦਾ ਗਾ। ਅਗੇਨ ਸਹੋਤਾ ਸਾਹਿਬ ਆਪਣੇ ਕੋਲ 2-3 ਮਿੰਟ ਹੀ ਆ। ਇੱਕ ਮੈਂ ਬੜੀ ਇੰਪੋਰਟੈਂਟ ਗੱਲ ਤੁਹਾਡੇ ਤੋਂ ਮੈਂ ਚਾਹੁੰਦਾ ਤੁਸੀਂ ਵੀ ਆਪਦੇ ਥਾਟਸ ਜਿਹੜੇ ਸ਼ੇਅਰ ਕਰੋ ਦਰਸ਼ਕਾਂ ਨਾਲ। ਨਵੀਂ ਜਨਰੇਸ਼ਨ ਜਿਹੜੀ ਇੰਡੀਆ ਤੋਂ ਆ ਰਹੀ ਹੈ, ਅਗੇਨ ਕਿਸੇ ਇੰਡੀਵਿਜੂਅਲ 'ਤੇ ਆਪਣਾ ਕੋਈ ਹੱਕ ਨਹੀਂ ਉਂਗਲੀ ਕਰਨ ਦਾ, ਹਰੇਕ ਦੀ ਆਪਦੀ ਲਾਈਫ ਹੈ। ਇਨ ਜਨਰਲ ਆਪਣੀ ਕਮਿਊਨਿਟੀ 'ਚ ਬਦਨਾਮੀ ਹੋਰ ਵੀ ਕਮਿਊਨਿਟੀਆਂ 'ਚ ਹੈਗੀ, ਆਪਣੀ 'ਚ ਹੁੰਦੀ ਤਾਂ ਦਰਦ ਬਹੁਤ ਹੁੰਦਾ। ਹਾਲਾਂਕਿ ਇਨਸਾਨੀਅਤ ਨੂੰ ਕਿਤੇ ਵੀ ਇੱਦਾਂ ਦਾ ਫੇਸ ਕਰਨਾ ਪਵੇ, ਉਹਨਾਂ ਦੀ ਚਾਹੇ ਕਿਸੇ ਕਮਿਊਨਿਟੀ ਨਾਲ ਬਿਲੋਂਗ ਕਰਦੇ, ਉਹਨਾਂ ਦਾ ਪਰਿਵਾਰ ਦਾ ਦਿਲ ਜਾਣਦਾ ਹੁੰਦਾ। ਆਪਣੀ ਜਿਹੜੀ ਨਵੀਂ ਯੂਥ ਆ ਰਹੀ ਹੈ, ਉਹ ਇੱਕ ਤਾਂ ਹੁੰਦਾ ਨਾ ਕਿ ਇੱਥੋਂ ਵਾਲਾ ਬੱਚਾ ਕਹਿੰਦਾ ਕਿ ਯਾਰ ਮੈਂ ਫਲਾਣੇ ਨੇ ਗੱਡੀ ਲੈ ਲਈ, ਮੰਮੀ ਡੈਡੀ ਮੈਨੂੰ ਲੈ ਕੇ ਦਿਓ ਜਾਂ ਮੈਂ ਕੰਮ ਕਰਕੇ ਲਊਂਗਾ। ਉਹਦੇ ਵਿੱਚ ਉਹ ਕਾਫੀ ਟਾਈਮ ਵਿਚਾਰਾ ਵੇਸਟ ਕਰਦਾ ਕਿਉਂਕਿ ਉਹਨੇ ਸਕੂਲ ਵੀ ਜਾਣਾ ਹੁੰਦਾ। ਉਹ ਆਪਾਂ ਗੱਲਾਂ ਕਰ ਲਈਆਂ, ਗੱਲਾਂ ਉਹ ਕਰਦੇ ਜਿਹੜੀ ਇੰਡੀਆ ਤੋਂ ਆ ਰਹੇ ਆ ਨਵੇਂ। ਔਰ ਦੁੱਖ ਦੀ ਗੱਲ ਇਹ ਕਿ ਸਾਡੀਆਂ ਭੈਣਾਂ ਵੀ ਉਹੀ ਮੈਂਟੈਲਿਟੀ ਲੈ ਕੇ ਆ ਰਹੀਆਂ ਕਿ ਅੱਜ ਅਸੀਂ ਲੈਂਡ ਕੀਤਾ ਆ, ਅੱਜ ਅਸੀਂ ਟਰੱਕ ਦਾ ਲਾਇਸੈਂਸ ਚਲੋ ਲੈ ਲਿਆ, ਮਿਹਨਤ ਵਾਲਾ ਕੰਮ ਆ, ਸਲੂਟ ਟੂ ਦੈਮ, ਹੈ ਨਾ, ਬਹੁਤ ਵਧੀਆ ਆ। ਪਰ ਜਿਹੜੇ ਪੁੱਠੇ ਕੰਮਾਂ 'ਚ ਹੈਗੇ ਕਿ ਫਲਾਨੇ ਜਿਹੜੇ 30 ਸਾਲ ਹੋ ਗਏ ਆ, 20 ਸਾਲ ਹੋ ਗਏ ਆ, 40 ਸਾਲ ਹੋ ਗਏ, ਉਹਨਾਂ ਕੋਲ 1-2 ਘਰ ਹੈਗੇ, ਸੋਹਣੀਆਂ ਗੱਡੀਆਂ, ਸਾਡੇ ਕੋਲ 2-3 ਮਹੀਨਿਆਂ 'ਚ ਹੋ ਜਾਣ। ਉਹ ਜਿਹੜੀਆਂ ਐਕਸਪੈਕਟੇਸ਼ਨ ਲੈ ਕੇ ਜਿਹੜੇ ਪੁੱਠੇ ਕੰਮਾਂ ਚਲੇ ਜਾਂਦੇ ਆ। ਔਰ ਤੁਸੀਂ ਵੀ ਆਪ ਰੋਜ਼ ਨਿਊਜ਼ ਪੜ੍ਹਦੇ ਆ,
ਕਮਿਊਨਿਟੀ ਦੀ ਕਿੰਨੀ ਬਦਨਾਮੀ ਹੋ ਰਹੀ ਹੈ, ਜਿਹੜਾ ਡਰੱਗਸ ਦੀ ਸਮਗਲਿੰਗ ਜਾਂ ਹੋਰ ਕੋਈ ਇੱਦਾਂ, ਉਹਦੇ ਬਾਅਦ ਜਦੋਂ ਫੜੇ ਜਾਂਦੇ ਇੱਕ ਤਾਂ ਪਰਿਵਾਰ ਦੀ ਬਦਨਾਮੀ, ਕਮਿਊਨਿਟੀ ਦੀ ਬਦਨਾਮੀ, ਫਿਰ ਤੁਹਾਡੇ 10-20 ਸਾਲ ਡਿਪੈਂਡ ਕਰਦਾ ਕਿਹੜੀ ਕੰਟਰੀ 'ਚ ਤੁਸੀਂ ਫੜੇ ਗਏ ਉਹ ਗਏ ਜ਼ਿੰਦਗੀ ਦੇ ਸੁਨਹਿਰੇ ਸਮੇਂ 10-20 ਸਾਲ ਤੁਸੀਂ ਸੁਖੀ ਰਹਿ ਸਕਦੇ, ਕਮਾ ਕੇ ਸੋਹਣੀ ਰੋਟੀ ਖਾ ਸਕਦੇ। ਆਹ ਜਿਹੜੀ ਇੱਛਾਵਾਂ ਲੈ ਕੇ ਲੋਕ ਆਉਂਦੇ ਉੱਥੋਂ ਤੇ ਇੱਕੋ ਦਮ ਧਨਾੜ ਹੋਣ ਦੀਆਂ, ਉਹਨੂੰ ਤੁਸੀਂ ਕੀ ਸੰਦੇਸ਼ਾ ਦੇਣਾ ਚਾਹੋਗੇ? ਆਪਣੇ ਕੋਲ 1-2 ਮਿੰਟ ਹੈਗੇ ਅਖੀਰ ਦੇ ਵਿੱਚ। ਦੇਖੋ, ਉਹ ਇੱਥੇ ਸਾਡੇ ਏਰੀਆ ਦੇ ਵਿੱਚ ਬਹੁਤ ਵਿਦਿਆਰਥੀ ਆਏ ਆ, ਬਹੁਤ ਮੈਨੂੰ ਮਿਲਦੇ ਆ, ਤੁਰੇ ਜਾਂਦੇ ਸੜਕ ਤੇ ਵੀ ਮਿਲਦੇ ਆ, ਕਿਤੇ ਹੋਰ ਥਾਂ ਵੀ ਮਿਲਦੇ ਆ। ਉਹਨਾਂ ਨੂੰ ਪਹਿਲਾਂ ਤਾਂ ਜਦੋਂ ਗੱਲ ਕਰੀਏ ਤਾਂ ਉਹਨੂੰ ਇਹ ਕਹਿੰਦਾ ਕਿੱਦਾਂ ਆਇਆ, ਕਿਵੇਂ ਆਇਆ, ਤੇ ਫਿਰ ਉਹਨੇ ਕਹਿੰਦਾ ਆਪਣੇ ਪੈਰ ਹੌਲੀ ਹੌਲੀ ਤੁਸੀਂ ਕਾਮਯਾਬ ਹੋਣਾ, ਹੌਲੀ ਹੌਲੀ ਤੁਸੀਂ ਆਪਣੇ ਸਾਰਿਆਂ ਦਾ ਪਾਣੀ ਨਾ ਪੁਲਾਂ ਥੱਲੇ ਲੰਘਿਆ। ਜੇ ਤੁਸੀਂ ਕਹੋ ਵੀ ਓਵਰਨਾਈਟ ਅਸੀਂ ਜੋ ਕੁਝ ਬਣ ਜਾਈਏ, ਜੋ ਕੁਝ ਦੇਖਦੇ ਆ, ਉਹ ਨਹੀਂ ਹੋਣਾ। ਵੀ ਤੁਸੀਂ ਜਿਹੜਾ ਹੈਗਾ ਆ ਸੇਮ ਪ੍ਰੋਸੈਸ ਆ ਸਾਰਾ, ਤੁਹਾਨੂੰ ਹਾਰਡ ਵਰਕ ਕਰਨਾ ਪੈਣਾ ਆ, ਫਿਰ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਪੈਣਾ ਆ, ਫਿਰ ਜਾ ਕੇ ਤੁਸੀਂ ਆਪਣੇ ਪੇਰੈਂਟਸ ਨੇ ਤੁਹਾਡੇ ਨੇ, ਕਿਸੇ ਨੇ ਜ਼ਮੀਨ ਵੇਚ ਕੇ ਤੁਹਾਨੂੰ ਭੇਜਿਆ, ਕਿਸੇ ਨੇ ਕਰਜ਼ਾ ਚੱਕ ਕੇ ਭੇਜਿਆ, ਕਿਸੇ ਨੇ ਮਕਾਨ ਵੇਚ ਕੇ ਭੇਜਿਆ, ਬਈ ਤੁਸੀਂ ਆਪਣੇ ਜਿਹੜਾ ਹੈਗਾ ਆ ਆਪਣੇ ਪੈਰਾਂ ਵੱਲ ਖਿਆਲ ਰੱਖੋ। ਪਰ ਉਹਨਾਂ ਦੇ ਵਿੱਚੋਂ ਕੁਛ ਇਹ ਹੈਗੇ ਜਿਹਨਾਂ ਕੋਲ ਬੇਥਾਹ ਪੈਸੇ ਆ ਪੰਜਾਬ ਦੇ ਵਿੱਚ, ਉਹਨਾਂ ਨੇ ਪੈਸੇ ਸਿੱਟ ਕੇ ਇੱਥੇ ਬੱਚਿਆਂ ਨੂੰ ਭੇਜਿਆ, ਔਰ ਉਹ ਜਿਹੜੇ ਜਦੋਂ ਉਹਨਾਂ ਵੱਲ ਦੇਖਦੇ ਆ ਨਾ, ਫਿਰ ਉਹ ਬੱਚੇ ਭਟਕਦੇ ਆ। ਉਹ ਸਾਰੇ ਨਹੀਂ ਭਟਕਦੇ, ਲੇਕਿਨ ਬਹੁਤ ਸੰਮਤੀ ਉਹੀ ਗੱਲ ਫਿਰ ਆ ਗਈ ਜਿਹੜੀ ਹੈਗੀ ਮਿਰਗ ਤ੍ਰਿਸ਼ਨਾ ਵਾਲੀ, ਵੀ ਸਾਨੂੰ ਉਹਨਾਂ ਨੂੰ ਹੁੰਦਾ ਵੀ ਫਲਾਣਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ 1 ਮਿੰਟ ਦੇ ਵਿੱਚ। ਸਾਡੇ ਘਰ ਡਿਲੀਵਰੀ ਕਰਨ ਆਇਆ ਆਪਣੇ ਐਮਾਜ਼ੋਨ ਦਾ ਮੁੰਡਾ ਇੱਕ, ਤੇ ਉਹਦੇ ਕੋਲ ਟੈਸਲਾ ਕਾਰ ਹੁਣ 60-70 ਹਜ਼ਾਰ ਦੀ ਆਈ ਹੋ ਘੱਟੋ ਘੱਟ, ਉਹ $3 ਡਿਲੀਵਰੀ ਦਾ ਲੈਂਦਾ। ਹੁਣ ਦੱਸੋ, ਉਹ ਟੈਸਲਾ ਕਾਰ ਦੀ ਜਾਂ ਤਾਂ ਉਹਨੇ ਕਿਸ਼ਤਾਂ ਦੇ ਕੇ ਆਪਣੇ ਲੈ ਲਈ ਲੀਜ਼ ਤੇ ਕਿਸ਼ਤਾਂ ਦੇ ਜੋ ਮਹੀਨੇ ਦੀਆਂ, ਤੇ ਜਾਂ ਫਿਰ ਉਹ ਕਰਦਿਆਂ ਨੇ ਪੈਸੇ ਖੁੱਲੇ ਸਿੱਟੇ ਉਹਨੂੰ। ਹੁਣ ਦੱਸੋ ਕੋਈ ਉਸ ਐਡੀ ਮਹਿੰਗੀ ਕਾਰ ਦੀ ਲੋੜ ਹੈ, ਜਾਂ ਤੁਸੀਂ ਸਾਡੇ ਬੇਸਿਕ ਤੁਹਾਡੀਆਂ ਨੀਡਸ ਪੂਰੀਆਂ ਨਹੀਂ ਹੋ ਰਹੀਆਂ, ਤੁਸੀਂ ਘਰ ਲਿਆ ਨਹੀਂ, ਘਰ ਲੈਣ ਦੇ ਤੁਸੀਂ ਐਡੀ ਵੱਡੀ ਕਾਰ ਲੈ ਲਈ। ਕਈਆਂ ਨੂੰ ਪੁੱਛੀਦਾ ਬਈ ਤੂੰ ਸਾਤੋਂ ਤਾਂ ਅਫੋਰਡ ਹੁੰਦੀ, ਤੂੰ ਕਿੱਦਾਂ ਲੈ ਲਿਆ? ਬਾਅਦ 'ਚ ਕਹਿੰਦੇ ਕਿਸ਼ਤਾਂ ਤੇ ਕਾਰ ਲੈ ਲਈ। ਸੋ ਇਹ ਜਿਹੜਾ ਰੁਝਾਨ ਹੈ ਨਾ, ਇੱਧਰੋਂ ਵੀ ਇੱਧਰ ਪਰ ਅਸੀਂ ਉਦੋਂ ਹੀ ਫਸਦੇ ਜਦੋਂ ਸਾਡਾ ਲਾਈਫ ਆ ਸਾਡਾ ਅਸੀਂ ਡਬਲ ਸਟੈਂਡਰਡ ਰੱਖਦੇ ਹਾਂ, ਲਿਫਾਫਾ ਰੱਖਦੇ ਹਾਂ ਕਿ ਅਸੀਂ ਵੱਡੇ ਬਣ ਕੇ ਕਿਵੇਂ ਦੱਸਣਾ, ਅਸੀਂ ਆਪਣੇ ਆਪ ਨੂੰ ਦੂਜਿਆਂ ਨੂੰ ਉੱਚੇ ਕਿਵੇਂ ਬਣਾਉਣਾ। ਹਾਲਾਂਕਿ ਉੱਚੇ ਨੀਵੇਂ ਦਾ ਸੋਚਣ ਦੀ ਲੋੜ ਹੀ ਨਹੀਂ। ਉੱਚੇ ਨੀਵੇਂ ਤੁਹਾਡੇ ਜਿਹੜੇ ਕਰਮ ਆ, ਇਹ ਐਕਸ਼ਨ ਆ, ਜ਼ਿੰਦਗੀ ਤੁਸੀਂ ਕਿਹੋ ਜਿਹੀ ਜੀਣੇ ਆ, ਦੂਜੇ ਬੰਦੇ ਤੇ ਪ੍ਰਭਾਵ ਉਹਦਾ ਉੱਚੇ ਨੀਵੇਂ ਦਾ ਤਦ ਹੀ ਬਣੂਗਾ ਜੇ ਤੁਸੀਂ ਦੂਜੇ ਬੰਦੇ ਨੂੰ ਕੁਝ ਆਪਣੀ ਜ਼ਿੰਦਗੀ ਤੋਂ ਨਮੂਨਾ ਦੇ ਸਕੋਗੇ। ਨਹੀਂ ਤੇ ਅਸੀਂ ਪੈਸੇ ਦੇ ਕੇ ਇੱਟਾਂ, ਇਸ ਦਾ ਮੇਰੇ ਘਰ ਦਾ ਕੱਦ 5 ਫੁੱਟ 3 ਇੰਚ ਹੈ, ਤਾਂ ਉਹ 10 ਇੱਟਾਂ ਥੱਲੇ ਰੱਖ ਕੇ ਖੜਾ ਹੋ ਕੇ ਦੱਸੇ, ਖੜੇ ਦੇਖਣ ਵਾਲੇ ਦੱਸੂਗਾ ਵੀ ਇਹ ਇੱਟਾਂ ਰੱਖ ਕੇ ਖੜਾ, ਇੱਟਾਂ ਰੱਖ ਕੇ ਕੱਦ ਉੱਚਾ ਕਰਕੇ ਦਿਖਾਉਂਦਾ, ਇਹਦਾ ਕੱਦ ਇੰਨਾ ਹੈ ਨਹੀਂ। ਸੋ ਇਹੀ ਗੱਲ ਫਾਈਨੈਂਸ਼ੀਅਲੀ ਹੈ, ਇਹੀ ਸੋਸ਼ਲੀ ਆ, ਇਹੀ ਇਕਨੋਮਿਕਲੀ ਆ। ਜੀ। ਸੋਤਾ ਸਾਹਿਬ, ਆਪਾਂ ਗੱਲਾਂ ਕਰਨ ਨੂੰ ਹੋਰ ਵੀ ਇਸ ਵਿਸ਼ੇ 'ਤੇ ਵੀ ਸੀਗਾ, ਪਰ ਵਕਤ ਇਜਾਜ਼ਤ ਨਹੀਂ ਦੇ ਰਿਹਾ। ਕਿਸੇ ਨਾ ਕਿਸੇ ਹੋਰ ਵਿਸ਼ੇ ਨੂੰ ਲੈ ਕੇ ਤੁਹਾਨੂੰ ਇਸੇ ਮੰਚ 'ਤੇ ਫਿਰ ਲੈ ਕੇ ਆਵਾਂਗੇ। ਅੱਜ ਤੁਸੀਂ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।